ਪਹਿਲਾਂ ਤਾਂ ਚਲੋ ਸ਼ਰਾਬ ਦਾ ਨਸ਼ਾ ਹੁੰਦਾ ਸੀ ਪਿੰਡਾਂ ਦੇ ਵਿੱਚ ਆਮ, ਤੁਸੀਂ ਵੇਖਿਆ। ਹੁਣ ਸ਼ਰਾਬ ਦੇ ਠੇਕਿਆਂ ਤੋਂ ਇਲਾਵਾ ਸਰਕਾਰ ਨੇ ਦੁਕਾਨਾਂ ਤੇ ਵੀ ਕਹਿੰਦੇ ਜੀ ਤੁਸੀਂ ਰੱਖ ਲਓ, ਮਤਲਬ ਆਪ ਇਹ ਬੜਾਵਾ ਦੇਣ ਦੇ ਨੇ। ਸ਼ਰਾਬ, ਸਿਗਰਟ, ਹੀਰੋਇਨ, ਚਿੱਟਾ, ਕੈਪਸੂਲ, ਇੱਕ ਹੋਰ ਨਵਾਂ ਨਸ਼ਾ ਚੱਲ ਪਿਆ ਜਿਹੜਾ ਹੁੱਕੇ ਦਾ ਨਸ਼ਾ। ਤੁਸੀਂ ਆਮ ਰੈਸਟੋਰੈਂਟ ਦੇ ਵਿੱਚ ਚਲ ਜਾਓ, ਬੱਚੇ, ਸਾਡੇ ਨੌਜਵਾਨ ਨਸਲ ਬਹੁਤ ਬੁਰੀ ਤਰ੍ਹਾਂ ਵਿਗੜ ਰਹੀ ਆ। ਤੁਸੀਂ ਜਾ ਕੇ ਵੇਖੋ ਉੱਥੇ ਹੁੱਕੇ ਦੇ ਆੜ 'ਚ ਕਈ ਨਸ਼ੇ ਚੱਲ ਰਹੇ ਨੇ। ਇਹ ਮੈਂ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਰੱਖਦਾ ਵੀ ਤੁਸੀਂ ਇਸ ਤਰ੍ਹਾਂ ਜਸਟੀਫਾਈ ਕਰੋਗੇ ਵੀ मैं जस्टिफाई नहीं कर रहा, पर मैं लोगों के बीच गलत मैसेज नहीं जान दूंगा। नहीं, मैं गलत मैसेज नहीं जान दूंगा संधू साहब। ਉਹਦੀ ਡੱਬੀ ਹੁੰਦੀ ਹੈ, ਉਹ ਕੈਂਸਰ ਕਰਦੀ ਹੈ, ਕੈਂਸਰ। हाँ तो कैंसर सर, नशा ਤੇ ਕੈਂਸਰ 'ਚ ਫਰਕ ਨਹੀਂ ਹੈ। ਏਦਾਂ ਤਾਂ ਟੋਬੈਕੋ ਵੀ ਬੰਦ ਹੈ। ਅਰੋੜਾ ਜੀ, ਹੁੱਕੇ ਦੀ ਆੜ ਦੇ ਵਿੱਚ ਕਈ ਗੈਰ ਕਾਨੂੰਨੀ ਨਸ਼ੇ ਹੁੰਦੇ ਨੇ। ਉੱਥੇ ਮੇਰੀ ਗੱਲ ਫੋਲੋ ਕਰੋ। ਪੰਜਾਬ ਦੀ ਜਵਾਨੀ ਬਚਾਣੀ ਹੈ, ਪੰਜਾਬ ਦੀ ਜਵਾਨੀ ਨੂੰ ਬਰਬਾਦ ਨਹੀਂ ਕਰਨਾ। ਨਹੀਂ ਸੰਧੂ ਸਾਹਿਬ, ਆਈ ਐਗਰੀ। ਜੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਹੁੱਕੇ ਦੀ ਆੜ ਦੇ ਵਿੱਚ ਹੁੰਦਾ, ਫਿਰ ਪਲੀਜ਼ ਆਪਣੀ ਸਟੇਟਮੈਂਟ ਥੋੜੀ ਕਲੀਅਰ ਰੱਖੋ। ਆਪਾਂ ਪੰਜਾਬ ਦੀ ਜਵਾਨੀ ਨੂੰ ਬਚਾਣਾ, ਇਹ ਨਹੀਂ ਕਹਿਣਾ ਵੀ ਹੁੱਕਾ ਨਸ਼ਾ ਜਾਂ ਦੇਸੀ ਸ਼ਰਾਬ ਨਸ਼ਾ ਨਹੀਂ। ਨਸ਼ਾ ਨਸ਼ਾ ਆ, ਕੋਈ ਕੋੜ ਆ ਸਾਡੇ ਪੰਜਾਬ ਦੇ ਉੱਤੇ। ਸਾਡੀ ਜਵਾਨੀ ਬਰਬਾਦ ਹੋ ਰਹੀ ਆ। ਤੁਹਾਡੇ ਵਾਲੀ ਵੀਡੀਓ ਨੇ ਇੱਕ ਲੇਡੀ ਜਿਹੜੀ ਝੂਮ ਰਹੀ ਆ ਮਕਬੂਲਪੁਰੇ ਦੀ, ਆਓ ਸਾਡੀ ਨਹੀਂ ਗਈ। ਉੱਥੇ ਹਰ ਗਲੀ ਹਰ ਨੁੱਕਰ ਤੇ ਮੌਤ ਬਾਜਾਂ ਮਾਰਨ ਰਹੀ ਆ, ਤੁਸੀਂ ਹਟਾ ਲਿਆ। ਜਿੱਥੇ ਤੱਕ ਤੁਸੀਂ ਗੱਲਾਂ ਕਰਦੇ ਹੋ ਡੀ ਐਡਿਕਸ਼ਨ ਸੈਂਟਰ ਦੀਆਂ, ਪ੍ਰਾਈਵੇਟ ਹੈਗੇ ਆ ਇਹ ਪ੍ਰਾਈਵੇਟ ਡੀ ਐਡਿਕਸ਼ਨ ਸੈਂਟਰਸ। ਜੇ ਮਾੜਾ ਕੰਮ ਕਰਦੇ ਸੀਗੇ ਤਾਂ ਤੁਸੀਂ ਆਪਣੇ ਟਾਈਮ ਤੇ ਕਿਉਂ ਨਹੀਂ ਬੰਦ ਕੀਤੇ? ਇਹ ਕਾਂਗਰਸ ਨੂੰ ਤੇ ਸਾਰੇ ਸਤਿਕਾਰਯੋਗ ਬੁਲਾਰੇ ਰੋਈ ਜਾਂਦੇ ਆ ਵੀ ਇਹ 10 ਸਾਲ ਇਹਨਾਂ ਨੇ ਆਹ ਕਰ ਲਿਆ, 5 ਸਾਲ ਇਹਨਾਂ ਨੇ ਆਹ ਕਰ ਲਿਆ। ਭਾਈ ਸਾਹਿਬ, 1.5 ਪੌਣੇ 2 ਸਾਲ ਤੁਹਾਨੂੰ ਵੀ ਹੋ ਚੱਲਿਆ। ਮੈਨੂੰ ਸਿੱਧਾ ਪਹਿਲਾ ਕੁਐਸਚਨ ਹੈ, ਤੁਹਾਨੂੰ ਇਹ ਦੱਸੋ ਵੀ ਜੇਲ੍ਹਾਂ ਦੇ ਵਿੱਚ ਅਸੀਂ ਕਾਂਗਰਸੀ ਨਸ਼ਾ ਦੇ ਕੇ ਆਉਂਦੇ ਆ ਕਿ ਜੇਲ੍ਹਾਂ 'ਚ ਅਸੀਂ ਕਾਂਗਰਸੀ ਮੋਬਾਈਲ ਦੇ ਕੇ ਆਉਂਦੇ ਆ? ਜਿੰਨੇ ਨਸ਼ਾ ਛਡਾਊ ਕੇਂਦਰ ਨੇ ਸਭ ਪ੍ਰਾਈਵੇਟ ਆ, ਔਰ ਸਭ ਦੇ ਸਭ ਨਸ਼ਾ ਛਡਾਊ ਕੇਂਦਰਾਂ ਦੇ ਨਾਂ ਤੇ ਕਲੰਕ ਨੇ। ਉੱਥੇ ਦੁਕਾਨਦਾਰੀਆਂ ਹੋ ਰਹੀਆਂ ਨੇ, ਉੱਥੇ ਲੋਕਾਂ ਨੂੰ ਨਸ਼ਿਆਂ ਤੋਂ ਘੱਟ ਤੇ ਨਸ਼ਿਆਂ ਦੇ ਗਲਤਾਨ ਜ਼ਿਆਦਾ ਕੀਤਾ ਜਾ ਰਿਹਾ। ਅੱਜ ਸੜਕ ਤੇ ਪੈਰਾਂ ਦੀ ਗੱਲ ਕਰਦੇ ਆ, ਸਾਡੀ ਧੀਆਂ, ਸਾਡੇ ਨੌਜਵਾਨ ਵੀਰ ਨਸ਼ਿਆਂ ਵੱਲ ਜਾ ਰਹੇ ਨੇ, ਔਰ ਇੱਥੇ ਸਰਕਾਰ ਦੀ ਮਨਸ਼ਾ ਦੇ ਉੱਤੇ ਸਾਨੂੰ ਬਹੁਤ ਸ਼ੱਕ ਹੈ। ਇੱਥੇ ਤੱਕ ਕਿ ਕੈਪਟਨ ਸਾਹਿਬ ਨੇ ਤਾਂ ਸਹੁੰ ਚੱਕੀ ਸੀਗੀ ਗੁਟਕਾ ਸਾਹਿਬ ਦੀ, ਤੇ ਕਿ ਵੀ ਮੈਂ 4 ਹਫ਼ਤਿਆਂ ਦੇ ਵਿੱਚ ਲੱਕ ਤੋੜ ਦੂੰਗਾ। ਤੇ ਮੁੜ ਕੇ ਇਹਨਾਂ ਦੇ ਜਿਹੜੇ ਸਿਆਸਤਦਾਨ ਸੀਗੇ ਉਹ ਟੀਵੀਆਂ ਤੇ ਇਹ ਕਹਿੰਦੇ ਨਜ਼ਰ ਆਏ ਸੀਗੇ ਜੀ ਨਸ਼ਾ ਸਿਰਫ ਲੱਕ ਤੋੜਨ ਵਾਸਤੇ ਹੋਇਆ ਸੀਗਾ ਜੀ। ਵਾਦਾ ਜਿਹੜੀ ਸਹੁੰ ਚੱਕੀ ਸੀਗੀ ਉਹ ਤਾਂ ਉਹਦੇ ਵਾਸਤੇ ਨਹੀਂ ਸੀਗੀ ਕਿ ਵੀ ਹਾਂਜੀ ਨਸ਼ਾ ਖਤਮ ਹੋ ਜਾਊਗਾ। ਆਮ ਸੁਸਾਇਟੀ ਦੇ ਵਿੱਚੋਂ ਤੁਸੀਂ ਕਿਵੇਂ ਨਸ਼ਾ ਰੋਕੋਗੇ? ਨਸ਼ਾ ਤਾਂ ਜੇਲ੍ਹਾਂ 'ਚ ਨਹੀਂ ਰੁਕ ਰਿਹਾ ਜਿੱਥੇ ਇੰਨੀ ਸੁਰੱਖਿਆ ਹੁੰਦੀ ਹੈ, ਉੱਥੋਂ ਵੀ ਰਿਕਵਰੀਜ਼ ਹੁੰਦੀਆਂ ਹੀ ਨੇ। ਜਿਵੇਂ ਹੁਣ ਡਾਕਟਰ ਸਾਹਿਬ ਨੇ ਗੱਲ ਕੀਤੀ ਵੀ ਡੀ ਐਡਿਕਸ਼ਨ ਸੈਂਟਰ ਕਿੰਨੇ ਖੁੱਲ ਗਏ। ਡਾਕਟਰ ਸਾਹਿਬ ਥੋੜੀ ਅੱਖਾਂ ਖੋਲ ਕੇ ਪਲੀਜ਼, ਵਿਦ ਆਲ ਡਿਊ ਰਿਸਪੈਕਟ ਟੂ ਯੂਰ ਪ੍ਰੋਫੈਸ਼ਨ ਐਂਡ ਟੂ ਯੂ ਐਜ਼ ਅ ਸਪੋਕਸਪਰਸਨ ਆਲਸੋ, ਥੋੜਾ ਜਿਹਾ ਤੱਥਾਂ ਦੇ ਹਿਸਾਬ ਨਾਲ ਚੱਲੋ। ਡੀ ਐਡਿਕਸ਼ਨ ਸੈਂਟਰ ਬਕਾਇਦਾ ਖੁੱਲ ਰਹੇ ਆ। ਪੰਜਾਬ ਦੇ ਵਿੱਚ ਵੱਧਦੇ ਨਸ਼ੇ ਨੂੰ ਹੀ ਕੰਟਰੋਲ ਕਰਨ ਦੇ ਲਈ ਕੇਂਦਰ ਸਰਕਾਰ ਨੇ BSF ਦਾ ਦਾਇਰਾ ਵਧਾਇਆ ਸੀ। ਉਹ ਹੁਣ ਤੱਕ ਪਿਛਲੇ 1.5 ਸਾਲ ਦੇ ਵਿੱਚ, ਜੇ ਤੁਹਾਨੂੰ ਇੰਨਾ ਪਤਾ ਕਿ ਨਸ਼ਾ ਤੁਹਾਡਾ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਹੀ ਬਣਦਾ, ਤੇ ਕਿਹੜੇ ਇੰਡਸਟਰੀ ਫੜੀ ਗਈ ਨਸ਼ੇ ਬਣਾਉਣ ਦੀ? ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਦੀ ਸਪੋਕਸਮੈਨ ਡਿਬੇਟ 'ਚ ਸਵਾਗਤ ਹੈ। ਸਵਾਲ ਬਹੁਤ ਅਹਿਮ ਹੈ, ਪੰਜਾਬ ਨਸ਼ਾ ਮੁਕਤ ਕਦੋਂ ਹੋਵੇਗਾ? ਜੇ ਨਸ਼ਾ ਮੁਕਤ ਹੋ ਗਿਆ ਹੁੰਦਾ ਤਾਂ ਅੱਜ ਦੇ ਸੰਦਰਭ ਦੀ ਗੱਲ ਕਰਦੇ, ਪ੍ਰੈਜ਼ੈਂਟ ਨਾਲ ਜੋੜ ਕੇ ਗੱਲ ਕਰਦੇ। ਅਤੀਤ ਦੇ ਵਿੱਚੋਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ, ਜਿਹੜੀਆਂ ਵੀਡੀਓਜ਼ ਸਾਹਮਣੇ ਆਈਆਂ, ਰੂਹ ਕੰਬਾਊ ਨੇ। ਹੁਣ ਤੱਕ ਮੁੰਡਿਆਂ ਤੋਂ ਬਾਅਦ ਜਿਹੜਾ ਕੁੜੀਆਂ ਦੀ ਇਹਦੇ ਵਿੱਚ ਇਨਵੋਲਵਮੈਂਟ ਨਜ਼ਰ ਆ ਰਹੀ ਹੈ। ਜਿਸ ਤਰੀਕੇ ਨਾਲ ਕੁਝ ਵੀਡੀਓਜ਼ ਆਈਆਂ ਕਿ ਲੜਖੜਾਉਂਦੇ ਹੋਏ ਜਿਹੜੇ ਪੈਰ ਸੀ ਉਹ ਸੋਚਣ ਲਈ ਮਜਬੂਰ ਕਰਦੇ ਆ ਕਿ ਆਖਰ ਪੰਜਾਬ ਨੂੰ ਘੁਣ ਵਾਂਗੂ ਚਿੰਬੜਿਆ ਨਸ਼ਾ ਕਦੋਂ ਗਲੋਂ ਲਹੇਗਾ। ਹਰ ਸਰਕਾਰਾਂ ਦਾਅਵੇ ਕਰਦੀਆਂ ਨੇ, ਜਮ ਦਾਅਵੇ ਹੁੰਦੇ ਆ। ਇਸ ਵਾਰ ਵੀ ਦਾਅਵੇ ਕੀਤੇ ਗਏ। ਪਿਛਲੇ 11 ਮਹੀਨਿਆਂ ਦੀ ਰਿਪੋਰਟ ਸੁਖਚੈਨ ਸਿੰਘ ਗਿੱਲ ਹੋਰਾਂ ਦੇ ਵੱਲੋਂ ਪੇਸ਼ ਕੀਤੀ ਗਈ ਹੈ। ਉਹਨਾਂ ਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਹੈ ਕਿ 2100 ਤੋਂ ਵਧੇਰੇ ਵੱਡੀਆਂ ਮੱਛੀਆਂ ਦੇ ਨਾਲ 15000 ਦੇ ਕਰੀਬ ਜਿਹੜੇ ਇਸ ਦੇ ਵਿੱਚ ਜਿਹੜੇ ਇਨਵੋਲਵ ਨੇ, ਜਿਹੜੇ ਤਸਕਰ ਨੇ, ਸਮਗਲਰ ਨੇ, ਉਹ ਫੜੇ ਗਏ ਆ। ਔਰ ਇਹਦੇ ਵਿੱਚ ਬਹੁਤ ਜ਼ਿਆਦਾ ਲੋਕ ਨੇ, ਹਜ਼ਾਰਾਂ ਦੀ ਤਾਦਾਦ ਜਿਨ੍ਹਾਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਆ। ਔਰ 1113 ਕਿਲੋਗ੍ਰਾਮ ਦੇ ਕਰੀਬ ਜਿਹੜੀ ਹੈ ਉਹ ਹੈਰੋਇਨ ਫੜੀ ਗਈ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਭੁੱਕੀ ਅਫੀਮ ਪੋਸਟ ਵਾਲੇ ਕੇਸ ਨੇ ਜਿਹੜੇ ਫੜੇ ਗਏ ਆ। ਕਿੰਨਿਆਂ ਦੇ ਉੱਤੇ FIR ਦਰਜ ਹੋਈ ਹੈ। 11.83 ਕਰੋੜ ਦੀ ਜਿਹੜੀ ਹੈ ਉਹ ਡਰੱਗ ਮਨੀ ਵੀ ਰਿਕਵਰ ਕੀਤੀ ਹੈ। ਇਹ ਸਾਰਾ ਕੁਝ ਕਰਨ ਤੋਂ ਬਾਅਦ ਕੀ ਪੰਜਾਬ ਨਸ਼ਾ ਮੁਕਤ ਹੋ ਗਿਆ? ਇਹ ਸਵਾਲ ਅਹਿਮ ਹੈ। ਅਜਿਹੇ ਆંકੜੇ
ਕੈਪਟਨ ਰਜੀਮ ਦੇ ਵਿੱਚ ਵੀ ਪੇਸ਼ ਕੀਤੇ ਜਾਂਦੇ ਰਹੇ, ਉਦੋਂ ਪਹਿਲਾਂ ਸਰਕਾਰਾਂ ਦੇ ਵਿੱਚ ਵੀ ਪੇਸ਼ ਕੀਤੇ ਜਾਂਦੇ ਰਹੇ। ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਕੋਈ ਠੋਸ ਰਣਨੀਤੀ ਹੈ ਕਿ ਪੰਜਾਬ ਦੇ ਗਲ ਪਈ ਇਹ ਭਿਅੰਕਰ ਬਿਮਾਰੀ ਦਾ ਕੋਈ ਇਲਾਜ ਹੈ, ਕੋਈ ਮਰਜ਼ ਕੋਈ ਰੋਗ ਦੂਰ ਕਰਨ ਦਾ ਸਾਡੇ ਕੋਲ ਅਜਿਹਾ ਤਰੀਕਾ ਜਾਂ ਯੋਜਨਾ ਬਣਾਈ ਗਈ ਹੋਵੇ, ਕੋਈ ਕਾਉਂਸਲਿੰਗ ਦੇ ਤਰੀਕੇ ਨਵੇਂ ਅਪਣਾਏ ਗਏ ਹੁਣ? ਕਿਉਂ ਕਿ ਮੰਤਰੀ ਸਾਹਿਬ ਆਪ ਇਸ ਗੱਲ ਦਾ ਜ਼ਿਕਰ ਕਰਦੇ ਆ ਕਿ ਪੰਜਾਬ ਦੇ ਜਿਹੜੇ ਕੰਪੈਰੀਜ਼ਨ ਹੋਰ ਜਿਹੜੀਆਂ ਸਟੇਟਸ ਨੇ, ਚਾਹੇ ਉਹ ਜੰਮੂ ਕਸ਼ਮੀਰ ਦਾ ਇਲਾਕਾ ਹੈ ਜਾਂ ਫਿਰ ਰਾਜਸਥਾਨ ਦਾ, ਕਿ ਉੱਥੇ ਬਹੁਤ ਜ਼ਿਆਦਾ ਬਾਰਡਰ ਵੱਡਾ ਹੈ ਔਰ ਸਾਡੇ ਨਾਲ ਚੌਕਸੀ ਵੀ ਚਾਹੇ ਸ਼ਾਇਦ ਘੱਟ ਹੋ ਸਕਦੀ ਹੈ। ਜਿਵੇਂ ਕਸ਼ਮੀਰ ਦਾ ਹਵਾਲਾ ਦਿੰਦੇ ਆ, ਉਹ ਗੱਲ ਕਰਦੇ ਆ ਕਿ ਉੱਥੇ ਦਾ ਰਾਹ ਹੀ ਓਪਨ ਹੈ, ਪਰ ਉੱਥੇ ਮੁੰਡੇ ਕੁੜੀਆਂ ਇਸ ਦੀ ਚੇਟਕ ਤੇ ਨਹੀਂ ਲੱਗੇ। ਇੱਥੇ ਕਿਵੇਂ ਲੱਗੇ, ਕਿਹੜੇ ਲੋਕਾਂ ਨੇ ਲਾਤੇ, ਅੱਜ ਚਰਚਾ ਇਸ ਉੱਤੇ ਕਰਾਂਗੇ। ਪਰ ਉਸ ਤੋਂ ਪਹਿਲਾਂ ਗੱਲ ਜਿਹੜੀ ਕਿ ਮੁੱਖ ਮੰਤਰੀ ਸਾਹਿਬ ਨੇ ਸਦਨ ਦੇ ਅੰਦਰ ਕਹੀ, ਉਹ ਸੁਣਦੇ ਆ। ਸਾਡੇ ਨਾਲੋਂ 2.5 ਗੁਣਾ ਵੱਡਾ ਬਾਰਡਰ ਰਾਜਸਥਾਨ ਦਾ, ਉੱਥੇ ਤਾਂ ਕੋਈ ਚਿੱਟਾ ਖਾਂਦਾ ਦੇਖਿਆ ਨਹੀਂ। ਜੰਮੂ ਕਸ਼ਮੀਰ ਚ ਅੱਧੇ ਤੋਂ ਵੱਧ ਬਾਰਡਰ ਤੇ ਤਾਰ ਹੀ ਹੋਈ ਨਹੀਂ, ਜੰਮੂ ਕਸ਼ਮੀਰ ਦਾ ਮੁੰਡਾ ਤਾਂ ਕੋਈ ਚਿੱਟੇ ਦੇਖਿਆ ਨਹੀਂ ਗਿਆ। ਇੱਥੇ ਹੀ ਬਣਦਾ ਜੀ, ਇੱਥੇ ਹੀ ਬਣਦਾ। ਇੱਥੋਂ ਵਾਲੇ ਨੇ ਬੜੀ ਜਲਦੀ ਪਬਲਿਕ ਦੇ ਸਾਹਮਣੇ ਕੀਤੇ ਜਾਣਗੇ ਜਿਨ੍ਹਾਂ ਨੇ ਨਸਲਕੁਸ਼ੀ ਕੀਤੀ ਹੈ, ਪੰਜਾਬ ਦੀ ਨਸਲਕੁਸ਼ੀ ਕੀਤੀ ਹੈ। 62 ਲੱਖ ਗੋਲੀਆਂ ਫੜੀਆਂ ਗਈਆਂ ਨੇ ਔਰ ਇਸ ਤੋਂ ਇਲਾਵਾ 11 ਮਹੀਨਿਆਂ 'ਚ 12 ਕਰੋੜ ਦੇ ਕਰੀਬ ਡਰੱਗ ਮਨੀ ਰਿਕਵਰ ਕੀਤੀ ਗਿਆ। ਹੋਰ ਕੀ ਕੁਝ ਰਿਕਵਰ ਕੀਤਾ ਤੇ ਕਿੰਨੇ ਕੇਸ ਜਿਹੜੇ ਪਾਏ ਗਏ, ਕਿੰਨੇ ਅੰਦਰ ਦਿੱਤੇ गए हैं, आईजी साहब की जुबानी सुन लेने। जो ड्रग्स के खिलाफ जो कैंपेन था ये जुलाई में स्टार्ट हुआ था, तो अब तक जितनी 11 महीने में टोटल जो हमने FIR रजिस्टर की है वो 11,147 FIR रजिस्टर की है, जिसमें 14,952 जो अक्यूज्ड है वो अरेस्ट हुए हैं इस पीरियड के दौरान। और इसमें 1313 जो FIRs हैं कमर्शियल क्वांटिटी में दर्ज की गई है, जिसमें 2132 जो बड़े स्मगलर्स हैं वो अरेस्ट किए गए। सो इस चर्चा ਦੇ ਵਿੱਚ ਆਏ ਹੋਏ ਮਹਿਮਾਨਾਂ ਨਾਲ ਰਸਮੀ ਤਾਰੂਫ ਕਰਵਾਉਂਦਾ ਹੋਇਆ ਇਸਤਕਬਾਲ ਕਰਾਂਗੇ। ਚਰਚਾ ਦਾ ਆਗਾਜ਼ ਕਰਾਂਗੇ। ਕਾਂਗਰਸ ਤੋਂ ਤਸ਼ਰੀਫ ਲੈ ਕੇ ਆਏ ਨਰਿੰਦਰ ਸੰਧੂ ਸਾਹਿਬ, ਜੀਓ ਆਇਆਂ ਨੂੰ। ਭਾਜਪਾ ਤੋਂ ਡਾਕਟਰ ਅਮਰਜੀਤ ਥਿੰਦ ਸਾਹਿਬ ਨੇ ਤੁਹਾਡਾ ਇਸ ਚਰਚਾ ਦੇ ਵਿੱਚ ਸਵਾਗਤ ਹੈ। ਔਰ ਆਮ ਆਦਮੀ ਪਾਰਟੀ ਤੋਂ ਐਡਵੋਕੇਟ ਜਸਤੇਜ ਅਰੋੜਾ ਸਾਹਿਬ ਨੇ ਤੁਹਾਡਾ ਜੀਓ ਆਇਆਂ ਨੂੰ। ਸੰਧੂ ਸਾਹਿਬ, ਓਪੋਜੀਸ਼ਨ ਦੇ ਵਿੱਚ ਤੁਸੀਂ ਹੋ, ਪਹਿਰੇਦਾਰੀ ਵਾਲੀ ਡਾਂਗ ਤੁਹਾਡੇ ਹੱਥ ਹੈ। ਜਿਹੜੇ ਇਹ ਅੰਕੜੇ ਅੱਜ ਆਈਜੀ ਸਾਹਿਬ ਵੱਲੋਂ ਪੇਸ਼ ਕੀਤੇ ਗਏ ਆ, ਕੀ ਪੰਜਾਬ ਨੂੰ ਨਸ਼ਾ ਮੁਕਤੀ ਵੱਲ ਲਿਜਾਣ ਦੇ ਰਾਹ ਦੇ ਉੱਤੇ ਰੰਗਲਾ ਪੰਜਾਬ ਬਣਾਉਣ ਦੀ ਸੋਚ ਉੱਤੇ ਪਹਿਰਾ ਦਿੰਦੀ ਹੈ? ਦੇਖੋ ਧਾਰੀਵਾਲ ਜੀ, ਰੰਗਲਾ ਪੰਜਾਬ ਬਣੇ ਅਸੀਂ ਸਾਰੇ ਚਾਹੁੰਦੇ ਹਾਂ, ਭਾਵੇਂ ਅਸੀਂ ਆਪੋਜੀਸ਼ਨ ਦੇ ਵਿੱਚ ਆ, ਪਰ ਸਾਰੇ ਇਹ ਬੰਦੇ ਚਾਹੁੰਦੇ ਆ ਵੀ ਇਹ ਜਿਹੜਾ ਨਸ਼ੇ ਦਾ ਕੋੜ ਆ ਇਹ ਸਾਡੇ ਗਲੋਂ ਲੱਥ ਜੇ। ਦੇਖੋ, ਪਹਿਲਾਂ ਤਾਂ ਚਲੋ ਸ਼ਰਾਬ ਦਾ ਨਸ਼ਾ ਹੁੰਦਾ ਸੀ ਪਿੰਡਾਂ ਦੇ ਵਿੱਚ ਆਮ, ਤੁਸੀਂ ਵੇਖਿਆ। ਹੁਣ ਸ਼ਰਾਬ ਦੇ ਠੇਕਿਆਂ ਤੋਂ ਇਲਾਵਾ ਸਰਕਾਰ ਨੇ ਦੁਕਾਨਾਂ ਤੇ ਵੀ ਕਹਿੰਦੇ ਜੀ ਤੁਸੀਂ ਰੱਖ ਲਓ, ਮਤਲਬ ਆਪ ਇਹ ਬੜਾਵਾ ਦੇਣ ਦੇ ਨੇ। ਚਲੋ ਇਹ ਤੋਂ ਉੱਤੇ ਚੱਲੀਏ ਆਪਾਂ, ਤੁਸੀਂ ਵੇਖਿਆ ਡਰੋਨਾਂ ਤੋਂ ਸਮਗਲ ਹੋ ਕੇ ਤੇ ਪਾਕਿਸਤਾਨ ਤੋਂ ਜਿਹੜੀ ਹੀਰੋਇਨ ਜਾਂ ਹੋਰ ਕਈ ਚੀਜ਼ਾਂ ਆ ਰਹੀਆਂ ਨੇ, ਮੰਨ ਲਿਆ ਉੱਥੋਂ ਆ ਰਹੀਆਂ ਨੇ, ਕੰਟਰੋਲ ਕਰਨਾ ਚਾਹੀਦਾ। ਚਲੋ ਉਹ ਵੀ ਮੰਨ ਲਿਆ ਨਹੀਂ ਕਿਸੇ ਰੁਕ ਹੋ ਰਿਹਾ, ਖਪਤ ਤੇ ਉਹਦੀ ਪੰਜਾਬ ਹੀ ਅੱਗੇ ਦੇਸ਼ਾਂ 'ਚ ਹੁੰਦੀ ਹੈ, ਕਿੱਥੋਂ ਜਾ ਰਿਹਾ? ਇੱਥੋਂ ਹੀ ਹੋ ਕੇ ਜਾਂਦੇ ਨੇ। ਪਾਕਿਸਤਾਨ ਦਾ ਕੋਈ ਬੰਦਾ ਤੇ ਕਰਕੇ ਨਹੀਂ ਜਾਂਦਾ, ਆਪਣੇ ਦੇ ਵਿੱਚੋਂ ਹੀ ਨਾ ਕਾਲੀਆਂ ਭੇਡਾਂ ਆਪਣੇ ਚੋਂ ਸਰਕਾਰ ਫੜੇ, ਅਸੀਂ ਥੋੜੀ ਕਹਿੰਦੇ ਆ। ਅੱਛਾ, ਮੈਂ ਤੈਨੂੰ ਓਪਨ ਡਿਬੇਟ ਕਰਦਾ ਨਵਜੋਤ ਜੀ, ਤੁਹਾਨੂੰ ਪਤਾ ਮੇਰਾ, ਮੈਂ ਦੱਸਦਾ, ਸ਼ਰਾਬ, ਸਿਗਰਟ, ਹੀਰੋਇਨ, ਚਿੱਟਾ, ਕੈਪਸੂਲ, ਇੱਕ ਹੋਰ ਨਵਾਂ ਨਸ਼ਾ ਚੱਲ ਪਿਆ ਜਿਹੜਾ ਹੁੱਕੇ ਦਾ ਨਸ਼ਾ। ਤੁਸੀਂ ਆਮ ਰੈਸਟੋਰੈਂਟ ਦੇ ਵਿੱਚ ਚਲ ਜਾਓ, ਬੱਚੇ, ਸਾਡੇ ਨੌਜਵਾਨ ਨਸਲ ਬਹੁਤ ਬੁਰੀ ਤਰ੍ਹਾਂ ਵਿਗੜ ਰਹੀ ਆ। ਤੁਸੀਂ ਜਾ ਕੇ ਵੇਖੋ, ਉੱਥੇ ਹੁੱਕੇ ਦੇ ਆੜ 'ਚ ਕਈ ਨਸ਼ੇ ਚੱਲ ਰਹੇ ਨੇ। ਤੇ ਮਜ਼ੇਦਾਰ ਗੱਲ ਆ ਵੀ ਪਿੱਛੇ ਜੇ ਅੰਮ੍ਰਿਤਸਰ ਦੇ ਵਿੱਚ ਜੇ ਪੁਲਿਸ ਨੇ ਹੁੱਕਾ ਪੀਂਦੇ, ਗੈਰ ਹੁੱਕਾ ਜਿਹੜੇ ਜਿੱਥੇ ਨਹੀਂ ਸੀ ਚੱਲ ਸਕਦਾ ਉਹ ਚੱਲਦੇ ਬਾਰ ਦੇ ਵਿੱਚੋਂ ਹੁੱਕਾ ਫੜਿਆ, ਉਹਨਾਂ ਤੇ ਇੱਕ ਪਰਚਾ ਪਾਇਆ। ਤੇ ਇਹ ਆਮ ਆਦਮੀ ਪਾਰਟੀ ਦਾ ਇੱਕ MLA ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਵੀ ਇਹਨਾਂ ਨੇ ਗਲਤ ਕੀਤਾ, ਉਹਨਾਂ ਨੇ ਦੂਸਰਾ ਪਰਚਾ ਪਾਤਾ ਵੀ ਇਹ ਜਦੋਂ ਗਲਤ ਕਰਦੇ ਨੇ ਤੇ ਕਿਵੇਂ ਨਾ ਅਸੀਂ ਫੜੀਏ। ਹੁਣ ਪੁਲਿਸ ਤੇ ਸਰਕਾਰ ਜਿਹੜੀ ਆਪਸ ਚ ਉਲਝਣ ਡਈ ਆ, ਇੱਥੇ ਬੰਦਾ ਕੀ ਕਰੂ? ਅਸੀਂ ਤੇ ਆਪੋਜੀਸ਼ਨ, ਅਸੀਂ ਤੇ ਕੁਛ ਕਿਹਾ ਹੀ ਨਹੀਂ। ਇਹਨਾਂ ਦਾ ਇੱਕ MLA ਜਿਹੜਾ ਕਾਨਫਰੰਸ ਕਰਕੇ ਕਹਿਣ ਡਿਆ ਜੀ ਇਹ ਪੁਲਿਸ ਨੇ ਗਲਤ ਕੀਤਾ, ਹਾਲਾਂਕਿ ਉਹ ਆਪ ਪਹਿਲਾਂ ਰਿਟਾਇਰ ਪੁਲਿਸ ਦੇ ਵਿੱਚ ਰਿਹਾ। ਕਹਿਣ ਤੋਂ ਭਾਵ ਆ ਜੇ ਸਰਕਾਰ ਦਾ ਮਨਸ਼ਾ ਹੋਵੇ, ਠੀਕ ਆ, ਜੇ ਭਗਵੰਤ ਮਾਨ ਸਰਕਾਰ ਨੇ ਕਿਹਾ ਤੇ ਮੈਂ ਵਧੀਆ ਗੱਲ ਆ,
ਪਰ ਇਹਨੂੰ ਇੰਪਲੀਮੈਂਟ ਕਰਨਾ ਚਾਹੀਦਾ। ਇਹਨੂੰ ਜਿਹੜੀ ਸਾਡੀ ਪੰਜਾਬ ਪੁਲਿਸ ਆ, ਬੜੀ ਬਹਾਦਰ ਪੁਲਿਸ ਆ, ਅਸੀਂ ਬੜਾ ਕਾਲਾ ਦੌਰ ਵੇਖਿਆ, ਉਹਨੇ ਬੜੇ ਮਸਲੇ ਸੋਲਵ ਕੀਤੇ ਆ। ਇਹ ਨਹੀਂ ਮੈਂ ਕਹਿੰਦਾ ਸਾਰੀ ਸਹੀ ਆ, ਨਾ ਹੀ ਸਾਰੇ ਨੇਤਾ ਲੋਕ ਸਹੀ ਨੇ, ਪਰ ਜੇ ਸਰਕਾਰ ਇਹਨੂੰ ਖਤਮ ਕਰਨਾ ਚਾਹਵੇ ਤੇ ਕਰ ਸਕਦੀ ਆ। ਜਦੋਂ ਨਸ਼ਾ ਫੌਰਨ ਤੋਂ ਆ ਗਿਆ, ਬਾਰਡਰ ਤੇ ਲੱਥ ਗਿਆ, ਅੱਗੇ ਕਿੱਥੇ ਜਾਣਾ? ਅੱਗੇ ਕੋਈ ਡਰੋਨ ਤਰਾਈ ਉੱਡ ਕੇ ਤਾਂ ਜਾਣਾ ਨਹੀਂਗਾ, ਅੱਗੇ ਤੁਹਾਡੀਆਂ ਕਾਰਾਂ ਰਾਹੀਂ ਜਾਂ ਹੋਰ ਹਿਊਮਨ ਬੋਡੀ ਰਾਹੀਂ ਜਾਣਾ। ਤੁਸੀਂ ਫੜੋ, ਤੁਹਾਡੇ ਨਾਕੇ ਨੇ, ਤੁਹਾਡੀ ਪੰਜਾਬ ਪੁਲਿਸ, ਤੁਹਾਡੀ ਇੰਟੈਲੀਜੈਂਸ ਆ। ਚਲੋ ਇਹ ਅਗਲੇ ਪੜਾਅ ਦੀ ਗੱਲ ਹੈ। ਜਿਹੜਾ ਕੰਜ਼ੰਪਸ਼ਨ ਦਾ ਸਵਾਲ ਹੈ ਨਾ, ਮੈਂ ਉਹਦੇ ਉੱਤੇ ਬਕਾਇਦਾ ਚਰਚਾ ਕਰੂੰਗਾ ਅਗਲੇ ਪੜਾਅ ਦੇ ਤਹਿਤ। ਪਰ ਇੱਥੇ ਡਾਕਟਰ ਸਾਹਿਬ ਤੋਂ ਸਵਾਲ ਪੁੱਛਣਾ ਅਹਿਮ ਹੋ ਜਾਂਦਾ ਥਨ ਸਾਹਿਬ ਤੋਂ, ਕਿ ਗੱਲ ਇਹ ਆ ਕਿ ਜਿਵੇਂ ਡਰੋਨ ਦਾ ਇਸ਼ਾਰਾ ਕੀਤਾ, ਸਰਹੱਦ ਪਾਰ ਦਾ ਇਸ਼ਾਰਾ ਕੀਤਾ, ਇਹ ਜ਼ਿੰਮੇਵਾਰੀ ਤਾਂ ਜਿਹੜੀ ਹੈ ਕੇਂਦਰ ਦੇ ਇਖਤਿਆਰ ਦੇ ਵਿੱਚ ਆ ਜਾਂਦੀ ਹੈ ਥਰੂ BSF। ਕਿਵੇਂ ਜਦੋਂ ਅਸੀਂ ਵਰਲਡ ਪਾਰ ਬਣਨ ਦੀ ਵੱਲ ਜਾਂਦੇ ਰਾਹਾਂ ਤੇ ਦਾਅਵੇ ਕਰਦੇ ਹਾਂ ਤੇ ਛੋਟੇ ਮੋਟੇ ਸਾਡੇ ਗੁਆਂਢੀ ਮੁਲਕ ਹੀ ਸਾਨੂੰ ਟਿਕਣ ਨਹੀਂ ਦੇ ਰਹੇ, ਉਹੀ ਸਾਡੀ ਜਵਾਨੀ ਨੂੰ ਬਰਬਾਦ ਕਰ ਰਹੇ ਆ। ਦੇਖੋ ਜੀ, ਜਿਹੜੀ ਗੱਲ ਆਪਾਂ ਕਰ ਰਹੇ ਹਾਂ ਕਿ ਨਸ਼ਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫੈਲ ਰਿਹਾ, ਔਰ ਦਿਨ ਬਰ ਦਿਨ ਇਹਦਾ ਗ੍ਰਾਫ ਜਿਹੜਾ ਹੈ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਜਾ ਰਿਹਾ। ਇਹਦੇ ਬਹੁਤ ਸਾਰੇ ਕਾਰਨ ਨੇ, ਉਹ ਖੈਰ ਅਜੇ ਵਿਸ਼ਾ ਨਹੀਂ ਹੈ, ਪਰ ਸੱਚਾਈ ਇਹ ਹੈ ਕਿ ਪੰਜਾਬ ਨਸ਼ੇ ਤੋਂ ਮੁਕਤ ਨਹੀਂ ਹੋ ਪਾ ਰਿਹਾ, ਔਰ ਬਹੁਤ ਤੇਜ਼ੀ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਹੈ ਉਹ ਡੇਲੀ ਵੱਧ ਰਿਹਾ। ਰਿਟੇਲਰ ਤੋਂ ਲੈ ਕੇ ਹੋਲਸੇਲਰ ਤੱਕ ਜਿਹੜੇ ਹੈਗੇ ਨਸ਼ੇ ਦੇ ਜਿਹੜੇ ਤਸਕਰ ਨੇ, ਉਹਨਾਂ ਦੇ ਹੌਸਲੇ ਬੁਲੰਦ ਹੋ ਰਹੇ ਨੇ। ਜਿਹੜੀ ਗੱਲ ਤੁਸੀਂ ਕੀਤੀ ਬਾਰਡਰ ਇਲਾਕਿਆਂ ਦੀ, ਪੰਜਾਬ ਦਾ ਜਿਹੜਾ ਬਹੁਤਾ ਇਲਾਕਾ ਜਿਹੜਾ ਹੈਗਾ ਉਹ ਬਾਰਡਰ ਇਲਾਕੇ ਆ, ਔਰ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਹੈਗੇ ਨੇ ਉਹ ਫੜੇ ਵੀ ਜਾਂਦੇ ਨੇ। ਜਿਹਦਾ ਡਰੋਨ ਤੋਂ ਪਾਕਿਸਤਾਨ ਤੋਂ ਨਸ਼ਾ ਡੇਲੀ ਆ ਰਿਹਾ, ਔਰ ਡੇਲੀ ਉੱਥੇ BSF ਵੱਲੋਂ ਔਰ ਜਿਹੜੇ ਹੋਰ ਸਾਡੀਆਂ ਸਰਕਾਰੀ ਏਜੰਸੀਆਂ ਨੇ, ਜੰਤਰ ਪੂਰਾ ਲੱਗਾ ਹੋਇਆ, ਔਰ ਉਹਦੇ ਵੱਲੋਂ ਡੇਲੀ ਉਹ ਜਿਹੜਾ ਨਸ਼ਾ ਹੈ ਡੇਲੀ ਫੜਿਆ ਜਾਂਦਾ। ਤੇ ਤੁਸੀਂ ਖੁਦ ਉਹ ਖਬਰਾਂ 'ਚ ਦੱਸਦੇ ਹੋ ਕਿ BSF ਨੇ ਮਿਲ ਕੇ ਜਾਂ PSF ਔਰ ਪੰਜਾਬ ਪੁਲਿਸ ਨੇ ਮਿਲ ਕੇ ਜਿਹੜੇ ਹੈਗੇ ਨੇ ਉੱਥੇ ਉਹਨਾਂ ਇਲਾਕਿਆਂ ਦੇ ਵਿੱਚ ਡਰੋਨ ਸਿੱਟਿਆ, ਡਰੋਨ ਦੇ ਵਿੱਚੋਂ ਇੰਨੇ ਕਿਲੋ ਹੀਰੋਇਨ ਮਿਲੀ। ਡਾਕਟਰ ਸਾਹਿਬ ਸਵਾਲ ਇਹ ਹੈ ਨਾ ਵੀ ਇੰਨਾ ਕੁਝ ਫੜੇ ਜਾਣ ਤੋਂ ਬਾਅਦ ਵੀ ਜਿਹੜੇ ਥਿਰਕਦੇ ਹੋਏ ਪੈਰ ਨੇ, ਜਿਹੜੀਆਂ ਵਿੰਨੀਆਂ ਹੋਈਆਂ ਨਸਾਂ ਨੇ, ਉਹ ਮਿਲਦੀਆਂ ਨੇ। ਯਾਨੀ ਕਿ ਸਥਿਤੀ ਜਿੰਨੀ ਗੁੰਝਲਦਾਰ ਤੇ ਜਿੰਨੀ ਭਿਆਨਕ ਹੈ, ਉਹ ਮੰਜ਼ਰ ਸਾਨੂੰ ਨਜ਼ਰ ਨਹੀਂ ਆ ਰਿਹਾ। ਇਟ ਮੀਨ ਤਾਂ ਇਹੀ ਆ। ਮੈਂ ਇਹੀ ਗੱਲ ਕਹਿਣਾ ਚਾਹੁੰਦਾ, ਜਦੋਂ ਬਹੁਤ ਸਾਰਾ ਨਸ਼ਾ ਡੇਲੀ ਫੜਿਆ ਜਾਂਦਾ, ਪਰ ਉਸ ਤੋਂ ਬਾਅਦ ਜਿੰਨਾ ਨਸ਼ਾ ਉੱਥੋਂ ਬਚ ਕੇ ਨਿਕਲ ਜਾਂਦਾ। ਇਹ ਜਿਹੜੀ ਚੀਜ਼ ਹੈ ਡਰੋਨਾ, ਕਿਉਂਕਿ ਜਿਹੜਾ ਚੋਰ ਆ ਉਹਨੇ ਆਪਣਾ ਰਾਹ ਲੱਭਣਾ ਹੈ, ਪਰ ਗੱਲ ਆਉਂਦੀ ਹੈ ਸਰਕਾਰ ਦੇ ਉੱਤੇ। ਤੁਸੀਂ ਜੋ IG ਗਿੱਲ ਸਾਹਿਬ ਵੱਲੋਂ ਅੰਕੜੇ ਦਿੱਤੇ ਗਏ ਸੀ, ਉਹਨਾਂ ਦੇ ਉੱਤੇ ਜੇ ਤੁਸੀਂ ਨਜ਼ਰ ਨਾਲ ਉਹਨਾਂ ਦੇਖਿਆ ਜਾਵੇ ਤਾਂ ਉਹਨਾਂ ਨੇ ਦੱਸਿਆ ਕਿ ਬਹੁਤੇ FIR ਜਿਹੜੀਆਂ ਹੋਈਆਂ ਨੇ ਵੱਡੀ ਮਾਤਰਾ ਕਮਰਸ਼ੀਅਲ ਜਿਹੜੇ ਹੈਗੇ ਨੇ ਰਿਸੋਰਸਿਸ ਦੇ ਵਿੱਚ ਜਿਹੜੇ ਫੜੇ ਗਏ ਜਾਂ ਨਸ਼ਾ, ਉਹ ਫਿਰੋਜ਼ਪੁਰ, ਅੰਮ੍ਰਿਤਸਰ, ਤਰਨਤਾਰਨ, ਜਾਨੀ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਬਹੁਤ ਸਾਰਾ, ਜਿੱਥੇ ਕਿ ਪੰਜਾਬ ਪੁਲਿਸ ਔਰ BSF ਮਿਲ ਕੇ ਕੰਮ ਕਰਦੇ ਨੇ, ਉੱਥੇ ਬਹੁਤਾ ਜ਼ਿਆਦਾ ਨਸ਼ਾ ਫੜਿਆ ਗਿਆ। ਪਰ ਜਦੋਂ ਗੱਲ ਅਸੀਂ ਅੱਗੇ ਦੀ ਆ ਜਾਂਦੇ ਆ, ਉੱਥੇ ਨਸ਼ਾ ਜਿਹੜਾ ਡੇਲੀ ਜਿਹੜੇ ਨੌਜਵਾਨ ਸਾਡੇ ਅੱਜ ਹੈਗੇ ਨੇ ਹੋਲਸੇਲਰ ਨਹੀਂ ਜੀ, ਉਹ ਬਹੁਤ ਛੋਟੀ ਮਾਤਰਾ ਵਿੱਚ ਨਸ਼ਾ ਲੈਂਦੇ ਨੇ। ਅੱਜ ਸੜਕ ਤੇ ਪੈਰਾਂ ਦੀ ਗੱਲ ਕਰਦੇ ਆ, ਸਾਡੀ ਧੀਆਂ, ਸਾਡੇ ਨੌਜਵਾਨ ਵੀਰ ਨਸ਼ਿਆਂ ਵੱਲ ਜਾ ਰਹੇ ਨੇ, ਔਰ ਇੱਥੇ ਸਰਕਾਰ ਦੀ ਮਨਸ਼ਾ ਦੇ ਉੱਤੇ ਸਾਨੂੰ ਬਹੁਤ ਸ਼ੱਕ ਹੈ, ਕਿਉਂਕਿ ਸਰਕਾਰ ਨੇ ਵਾਅਦਾ ਕਰਕੇ ਆਈ ਸੀ 3 ਮਹੀਨੇ ਦਾ, ਅੱਜ 1.5 ਸਾਲ ਦੇ ਕਰੀਬ ਹੋ ਚੁੱਕਾ। ਮੈਂ ਬਹੁਤਾ ਨਹੀਂ, ਸਿਰਫ ਇੰਨਾ ਪੁੱਛਣਾ ਚਾਹੁੰਦਾ ਮਾਨ ਸਾਹਿਬ ਦੇ ਕੋਲੋਂ ਕਿ ਤੁਸੀਂ ਆਪਣੇ 1.5 ਮਹੀਨੇ ਦੇ 1.5 ਸਾਲ ਦੇ ਦੌਰਾਨ ਕਿੰਨੇ ਨਵੇਂ ਡੀ ਐਡਿਕਸ਼ਨ ਸੈਂਟਰ ਖੋਲੇ ਨੇ ਜੀ? ਉਹਨਾਂ ਦੇ ਉੱਤੇ ਦਵਾਈਆਂ ਦੀ ਅੱਜ ਸ਼ਾਰਟੇਜ ਹੈ, ਡੀ ਐਡਿਕਸ਼ਨ ਸੈਂਟਰ ਦੇ ਉੱਤੇ ਕਿੰਨੇ ਤੁਸੀਂ ਨਵੇਂ ਡਾਕਟਰ ਅਪਾਇੰਟ ਕੀਤੇ ਨੇ ਜੋ ਨਸ਼ਾ ਛਡਾਓ ਕੇਂਦਰਾਂ ਵਿੱਚ ਜਾਣਗੇ? ਅੱਜ ਡਾਕਟਰਾਂ ਦੀ ਕਮੀ ਹੈ, ਸੋ ਇਸ ਕਰਕੇ ਜਗ੍ਹਾ ਜਗ੍ਹਾ ਦੇ ਉੱਤੇ ਅੱਜ ਨਸ਼ਾ ਹਰ ਮੋੜ ਤੇ। ਠੀਕ ਹੈ, ਅਰੋੜਾ ਸਾਹਿਬ ਨੂੰ ਮੈਂ ਪੁੱਛ ਲੈਣਾ ਵੀ ਕੀ ਉਪਰਾਲੇ, ਕੀ ਯਤਨ ਕੀਤੇ ਗਏ ਆ ਪੰਜਾਬ ਦੇ ਗਲੋਂ ਇਹ ਕੋਡ ਨੂੰ ਲਾਉਣ ਦੇ ਲਈ, ਜਿਹਦੇ ਦਾਅਵੇ ਜਿਹੜੇ ਆ ਆਉਂਦੇ 3 ਮਹੀਨਿਆਂ ਦੇ ਵਿੱਚ ਸਫਾਈ ਦੇ ਕੀਤੇ ਗਏ ਸੀ? ਹਾਂਜੀ, ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਦੇਖੋ, ਜਿਹੜਾ ਨਸ਼ੇ ਦਾ ਮੁੱਦਾ ਹੈ, ਅਸੀਂ ਜਿਹੜੀ ਪਹਿਲਾਂ ਰਾਜਨੀਤੀ ਕੀਤੀ ਉਹਦੇ 'ਚ ਅਸੀਂ ਨਸ਼ੇ ਨੂੰ ਹਮੇਸ਼ਾ ਇੱਕ ਬੁਨਿਆਦੀ ਮੁੱਦਾ ਬਣਾ ਕੇ ਚੱਲੇ ਹਾਂ ਪੰਜਾਬ 'ਚ। ਹਾਲਾਂਕਿ ਜੇ ਅਸੀਂ ਸਿਆਸਤ ਦੇਖੀਏ, ਸਿਆਸਤ ਕਦੀ ਨਸ਼ੇ ਦੇ ਆਸ-ਪਾਸ ਕਿਸੇ ਹੋਰ ਸਟੇਟ ਦੇ ਵਿੱਚ ਕਦੇ ਨਹੀਂ ਹੁੰਦੀ ਸੀਗੀ, ਬਟ ਸਾਡੇ ਇੱਕ ਪੰਜਾਬ ਨੂੰ, ਜਿਵੇਂ ਮਾਨ ਸਾਹਿਬ ਦੀ ਵੀ ਤੁਸੀਂ ਇੱਕ ਵੀਡੀਓ ਦਿਖਾਈ ਜਿਹਦੇ 'ਚ ਉਹਨੇ ਦੱਸਿਆ ਕਿ ਵੀ ਰਾਜਸਥਾਨ ਤੇ ਜੰਮੂ ਕਸ਼ਮੀਰ ਦਾ ਜਿਹੜਾ ਬਾਰਡਰ ਹੈ ਉਹ ਸਾਡੇ ਨਾਲੋਂ ਕਈ ਜ਼ਿਆਦਾ ਵੱਡਾ ਹੈ, ਪਰ ਉੱਥੇ ਕਦੇ ਨਸ਼ੇ ਦੀ ਪ੍ਰੋਬਲਮ ਨਹੀਂ ਹੋਈ। ਬਟ ਪਿਛੇ ਜਿਹੜੇ 15 ਸਾਲ ਗਏ ਹੈ, 15 ਸਾਲਾਂ ਦੇ ਵਿੱਚ ਜੋ ਨਸ਼ੇ ਦੇ ਵਿੱਚ ਵਾਧਾ ਹੋਇਆ, ਜੋ ਨਸ਼ੇ ਦੇ ਕਰਕੇ ਮੌਤਾਂ ਹੋਈਆਂ, ਨਸ਼ੇ ਨੂੰ ਇੱਕ ਬੁਨਿਆਦੀ ਮੁੱਦਾ ਸਾਨੂੰ ਬਣਾਉਣਾ ਪਿਆ। ਐਂਡ ਹਾਂ, ਕਿਉਂ ਨਾ ਬਣਾਈਏ? ਕਿਉਂਕਿ ਉਹਦੇ ਨਾਲ ਪੰਜਾਬ ਦੀ ਜਵਾਨੀ ਨੂੰ ਢਾਹ ਲੱਗੀ। ਪਿਛਲੇ ਸਰਕਾਰਾਂ ਦੇ ਵਿੱਚ ਅਕਾਲੀ ਦਲ, ਭਾਜਪਾ ਤੇ ਕਾਂਗਰਸ ਦੀ ਸਰਕਾਰਾਂ ਨੂੰ ਲੈ ਲਈਏ, ਇੱਥੇ ਤੱਕ ਕਿ ਕੈਪਟਨ ਸਾਹਿਬ ਨੇ ਤਾਂ ਸਹੁੰ ਚੱਕੀ ਸੀਗੀ ਗੁਟਕਾ ਸਾਹਿਬ ਦੀ
ਤੇ ਕਿ ਵੀ ਮੈਂ 4 ਹਫ਼ਤਿਆਂ ਦੇ ਵਿੱਚ ਲੱਕ ਤੋੜ ਦੂੰਗਾ। ਤੇ ਮੁੜ ਕੇ ਇਹਨਾਂ ਦੇ ਜਿਹੜੇ ਸਿਆਸਤਦਾਨ ਸੀਗੇ ਉਹ ਟੀਵੀਆਂ ਤੇ ਇਹ ਕਹਿੰਦੇ ਨਜ਼ਰ ਆਏ ਸੀਗੇ ਜੀ ਨਸ਼ਾ ਸਿਰਫ ਲੱਕ ਤੋੜਨ ਵਾਸਤੇ ਹੋਇਆ ਸੀਗਾ ਜੀ, ਵਾਦਾ ਜਿਹੜੀ ਸਹੁੰ ਚੱਕੀ ਸੀਗੀ ਉਹ ਤਾਂ ਉਹਦੇ ਵਾਸਤੇ ਨਹੀਂ ਸੀਗੀ ਕਿ ਵੀ ਹਾਂਜੀ ਨਸ਼ਾ ਖਤਮ ਹੋ ਜਾਊਗਾ। ਇੱਥੇ ਤੱਕ ਦੀ ਸਟੇਟਮੈਂਟ ਆ ਕਾਂਗਰਸ ਦੇ ਬੁਲਾਰਿਆਂ ਦੀ ਵੀ ਆਈ ਹੈ ਟੀਵੀ ਤੇ, ਕਿਉਂਕਿ ਮੈਂ ਆਪੋਜੀਸ਼ਨ ਵੱਲੋਂ ਬਹੁਤ ਬਹਿੰਦਾ ਰਿਹਾ ਤੇ ਇਹ ਮੁੱਦਾ ਬਹੁਤ ਚੱਕਦਾ ਰਿਹਾ। ਐਂਡ ਜਿੱਥੇ ਤੱਕ ਇਹ ਸਵਾਲ ਰਹੇ ਜਿਵੇਂ ਕਿ ਸੰਧੂ ਸਾਹਿਬ ਨੇ ਕੁਝ ਗੱਲਾਂ ਕੀਤੀਆਂ, ਦੁਕਾਨਾਂ ਤੇ ਵਿਕਣਾ ਸ਼ੁਰੂ ਹੋ ਗਿਆ, ਇਹ ਸ਼ੁਰੂ ਹੋ ਗਿਆ, ਇਹ ਬੇਬੁਨਿਆਦੀ ਗੱਲਾਂ ਮੇਰੇ ਖਿਆਲ ਤੋਂ ਲੋਕਾਂ ਨੂੰ ਭੜਕਾਉਣ ਵਾਸਤੇ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਮਾਨ ਸਰਕਾਰ ਇਸ ਵੇਲੇ ਸਵਾਲ ਤਾਂ ਤੁਹਾਡੀ ਕਮਿਟਮੈਂਟ ਦਾ ਨਾ, ਜਿਹੜੀ ਤੁਹਾਡੀ ਕਮਿਟਮੈਂਟ ਹੈ ਪੰਜਾਬ ਆਈ ਐਮ ਕਮਿੰਗ ਟੂ ਦੈਟ। ਮੈਂ ਇਨਫੈਕਟ ਦੋਨੋਂ ਆਪਣਾ ਡਾਕਟਰ ਸਾਹਿਬ ਦਾ ਤੇ ਸੰਧੂ ਸਾਹਿਬ ਦੋਨੋਂ ਦਾ ਜਵਾਬ ਦੇਣ ਲੱਗਾ। ਜੇ ਅੱਜ ਇਸ ਤੋਂ ਪਹਿਲਾਂ ਪਿਛਲੀ ਸਰਕਾਰਾਂ ਨੇ ਕਿਸੇ ਨੇ ਬਾਰਡਰ ਦੇ ਉੱਪਰ ਕਦੇ ਕੈਮਰਾ ਲਗਾਉਣ ਦੀ ਕੋਸ਼ਿਸ਼ ਕੀਤੀ? ਅਸੀਂ 20 ਕਰੋੜ ਦਾ ਬਜਟ ਦੇ ਵਿੱਚ ਅਸੀਂ ਅਨਾਉਂਸ ਕੀਤਾ ਹੈ ਕਿ ਹਾਂਜੀ ਅਸੀਂ 20 ਕਰੋੜ ਦੇ ਕੈਮਰੇ ਉੱਤੇ ਲਗਾਉਣ ਜਾ ਰਹੇ ਹਾਂ। ਹਾਲਾਂਕਿ ਬਾਰਡਰ ਦੇ ਉੱਪਰ ਜਿਵੇਂ ਡਾਕਟਰ ਸਾਹਿਬ ਨੇ ਵੀ ਕਿਹਾ ਕਿ ਵੀ ਹਾਂਜੀ BSF ਤੇ ਤੁਸੀਂ ਵੀ ਇਸ ਗੱਲ ਦੇ ਵੱਲ ਇਸ਼ਾਰਾ ਕੀਤਾ ਕਿ BSF ਦੀ ਜਿਹੜੀ ਪ੍ਰਾਇਮਰੀ ਰਿਸਪੌਂਸਿਬਿਲਿਟੀ ਹੈ, ਬਟ ਅਸੀਂ ਕਿਸੇ ਤੇ ਦੋਸ਼ ਨਹੀਂ ਲਗਾਉਣਾ ਚਾਹੁੰਦੇ ਕਿਉਂਕਿ BSF ਵੀ ਆਪਣਾ ਕੰਮ ਕਰ ਰਹੀ ਹੈ, ਪੰਜਾਬ ਪੁਲਿਸ ਵੀ ਆਪਣਾ ਕੰਮ ਕਰ ਰਹੀ ਹੈ, ਪਰ ਸਰਕਾਰ ਆਪਣਾ ਕੰਮ ਜਿਹੜਾ ਹੈ ਅਰੋੜਾ ਸਾਹਿਬ ਗੱਲ ਇਹ ਹੈ ਕਿ ਆਮ ਸੁਸਾਇਟੀ ਦੇ ਵਿੱਚੋਂ ਤੁਸੀਂ ਕਿਵੇਂ ਨਸ਼ਾ ਰੋਕੋਗੇ? ਨਸ਼ਾ ਤਾਂ ਜੇਲ੍ਹਾਂ 'ਚ ਨਹੀਂ ਰੁਕ ਰਿਹਾ ਜਿੱਥੇ ਇੰਨੀ ਸੁਰੱਖਿਆ ਹੁੰਦੀ ਹੈ, ਉੱਥੋਂ ਵੀ ਰਿਕਵਰੀਜ਼ ਹੁੰਦੀਆਂ ਹੀ ਨੇ। ਮੈਂ ਨਹੀਂ ਕਹਿ ਰਿਹਾ, ਆਪਣੇ ਆંકੜੇ ਤੁਹਾਡੇ ਦੱਸਦੇ ਆ ਜਿਹੜੇ ਉੱਥੋਂ ਰਿਕਵਰੀਜ਼ ਹੁੰਦੀਆਂ ਨੇ। ਦੇਖੋ ਅਸੀਂ ਕਦੀ ਇਹੋ ਜਿਹੀ ਸਿਆਸਤ ਨਹੀਂ ਕਰਨੀ ਕਿ ਵੀ ਹਾਂਜੀ ਰਿਕਵਰੀਆਂ ਰੋਕਦੀ ਹੈ। ਅਸੀਂ ਰਿਕਵਰੀ ਕਰਾਂਗੇ, ਅਸੀਂ ਲੋਕਾਂ ਨੂੰ ਫੜਾਂਗੇ ਤਾਂ ਹੀ ਸਾਡਾ ਜਿਹੜਾ ਐਕਸ਼ਨ ਹੈ ਉਹ ਸਾਹਮਣੇ ਆਊਗਾ। ਨਹੀਂ ਤਾਂ ਪਿਛਲੀ ਵਾਰੀ ਤਾਂ ਗ੍ਰਿਫਤਾਰੀਆਂ ਕਿਹੜੀਆਂ ਹੁੰਦੀਆਂ ਸੀਗੀਆਂ? ਪਹਿਲਾਂ ਗ੍ਰਿਫਤਾਰੀਆਂ ਹੁੰਦੀਆਂ ਸੀਗੀਆਂ ਕਿ ਹੁੰਦੀਆਂ ਸੀ ਜਿਹੜੇ ਕੰਜ਼ਿਊਮਰ ਸੀਗੇ, ਜਿਹੜੇ ਕੰਜ਼ਿਊਮ ਕਰਦੇ ਸੀ ਵਿਚਾਰੇ, ਥੋੜਾ ਅੱਧਾ ਗ੍ਰਾਮ ਜਿਹਨਾਂ ਦੇ ਕੋਲ ਮਿਲਦੀ ਸੀ ਉਹਨੂੰ ਡਰੱਗ ਪੈਡਲਰ ਬਣਾ ਕੇ ਫੜਾ ਦਿੱਤਾ ਜਾਂਦਾ ਸੀਗਾ। ਅੱਜ ਜਿਹੜੀ PC ਸੁਖਚੈਨ ਸਿੰਘ ਗਿੱਲ ਜੀ ਨੇ ਕੀਤੀ ਹੈ, ਤੁਹਾਨੂੰ ਕੀ ਲੱਗਦਾ ਹੈ ਪੀਸੀਆਂ ਪਹਿਲਾਂ ਹੁੰਦੀ ਸੀ ਕਾਂਗਰਸ ਤੇ ਅਕਾਲੀ ਦਲ ਦੇ ਟਾਈਮ ਤੇ? ਕਦੋਂ ਹੁੰਦੀਆਂ ਸੀਗੇ? ਜਦੋਂ ਮੁੱਦਾ ਚੱਕਿਆ ਜਾਂਦਾ ਸੀ ਤਾਂ। ਅੱਜ ਤੁਸੀਂ ਮੁੱਦਾ ਚੱਕ ਰਹੇ ਹੋ ਕਿਉਂਕਿ PC ਹੋਈ ਹੈ। ਇਹ ਕਿਉਂ ਹੋ ਰਹੀ ਹੈ? ਕਿਉਂਕਿ ਟਰਾਂਸਪੇਰੈਂਸੀ ਆ ਰਹੀ ਹੈ ਸਾਹਮਣੇ। ਸੁਖਚੈਨ ਸਿੰਘ ਗਿੱਲ ਸਾਹਿਬ ਨੇ ਇਹ ਬਕਾਇਦਾ ਦੱਸਿਆ ਕਿ ਇਹਦੇ ਜੋ ਡਰੱਗ ਪੈਡਲਰ ਕਿੰਨੇ ਨੇ, ਡਰੱਗ ਮਾਫੀਆ ਕਿੰਨੇ ਹੈ, FIR ਨਹੀਂ ਮੈਂ ਤਾਂ ਜੀ ਸੁਖਚੈਨ ਸਿੰਘ ਗਿੱਲ ਹੋਰਾਂ ਜੇ ਕਰਕੇ ਮੁੱਦਾ ਨਹੀਂ ਚੱਕਿਆ। ਤੁਹਾਡੀ ਸ਼ਾਇਦ ਤੁਹਾਨੂੰ ਗਲਤ ਫਹਿਮੀ ਹੋਵੇਗੀ, ਮੈਂ ਤਾਂ ਕਲੈਰਿਟੀ ਦੇਣਾ। ਮੈਂ ਤਾਂ ਥਿਰਕਦੇ ਹੋਏ ਪੈਰ, ਝੂਮਦੇ ਹੋਏ ਮੁੰਡੇ ਕੁੜੀਆਂ ਤੇ ਜਿਹੜੀ ਹੋ ਰਹੀਆਂ ਮੌਤਾਂ ਨੇ, ਜਿਹੜੀ ਕਿ ਫਾਰਮਰ ਸੁਸਾਈਡ ਤੋਂ ਵੀ ਵੱਧ ਖਤਰਨਾਕ ਪਿਕਚਰ ਹੈ, ਮੈਂ ਤਾਂ ਉਸ ਕਰਕੇ ਇਹ ਮੁੱਦਾ ਚੁੱਕਿਆ। ਗਾਹੇ ਬਗਾਹੇ ਵੀ ਅਸੀਂ ਇਹਦੇ ਤੇ ਗੱਲ ਕਰਦੇ ਨਹੀਂ ਨਵਜੋਤ ਜੀ, ਕਿਸੇ ਵੀ ਚੀਜ਼ ਨੂੰ ਮੈਂ ਤੁਹਾਡੇ ਤੇ ਕੋਈ ਪਰਸਨਲੀ ਨਹੀਂ ਕਹਿਣਾ ਚਾਹੁੰਦਾ, ਪਰ ਇੱਕ ਮਨ 'ਚ ਇੱਕ ਸਵਾਲ ਆਉਂਦਾ ਨਾ ਕਿ ਅੱਜ ਜੇ ਕੋਈ ਪੁਲਿਸ ਡਿਪਾਰਟਮੈਂਟ ਦਾ ਉੱਚ ਅਧਿਕਾਰੀ ਇੱਕ PC ਕਰ ਰਿਹਾ ਹੈ ਤੇ ਇਹਦਾ ਮਤਲਬ ਟਰਾਂਸਪੇਰੈਂਸੀ ਤਾਂ ਸਾਹਮਣੇ ਆ ਰਹੀ ਹੈ ਨਾ। ਜੇ ਅੱਜ ਮੈਂ ਕਹਿ ਰਿਹਾ ਕਿ 20 ਕਰੋੜ ਦੇ ਕੈਮਰੇ ਲੱਗਣ ਜਾ ਰਹੇ ਆ ਬਾਰਡਰ ਤੇ, ਇਹ ਪਿਛਲੀ ਸਰਕਾਰਾਂ 'ਚ ਕਿਸੇ ਨੇ ਕੀਤਾ? ਕਿਸੇ ਨੇ ਨਹੀਂ ਕੀਤਾ। ਜੇ ਜਿਵੇਂ ਹੁਣ ਡਾਕਟਰ ਸਾਹਿਬ ਨੇ ਗੱਲ ਕੀਤੀ ਵੀ ਡੀ-ਐਡਿਕਸ਼ਨ ਸੈਂਟਰ ਕਿੰਨੇ ਖੁੱਲ ਗਏ, ਡਾਕਟਰ ਸਾਹਿਬ ਥੋੜੀ ਅੱਖਾਂ ਖੋਲ ਕੇ ਪਲੀਜ਼, ਵਿਦ ਆਲ ਡਿਊ ਰਿਸਪੈਕਟ ਟੂ ਯੂਰ ਪ੍ਰੋਫੈਸ਼ਨ ਐਂਡ ਟੂ ਯੂ ਐਜ਼ ਅ ਸਪੋਕਸਪਰਸਨ ਆਲਸੋ, ਥੋੜਾ ਜਿਹਾ ਤੱਥਾਂ ਦੇ ਹਿਸਾਬ ਨਾਲ ਚੱਲੋ। ਡੀ-ਐਡਿਕਸ਼ਨ ਸੈਂਟਰ ਬਕਾਇਦਾ ਖੁੱਲ ਰਹੇ ਆ। ਇਨਫੈਕਟ ਡਾਕਟਰ ਬਲਬੀਰ ਨੇ ਕਾਫੀ ਡਾਕਟਰਸ ਦੀ ਜਿਹੜੀ ਹੈ ਪੂਰੀ 3:30 ਵਜੇ ਤੱਕ ਪੂਰੀ ਮੀਟਿੰਗ ਚੱਲੀ ਹੈ ਸਰਜਨਸ ਦੇ ਨਾਲ ਤੇ ਹੋਰ ਬਕਾਇਦਾ ਹੋਰ ਲੋਕਾਂ ਦੇ ਨਾਲ। ਡੀ-ਐਡਿਕਸ਼ਨ ਸੈਂਟਰ ਦੇ ਉੱਪਰ ਬਕਾਇਦਾ ਕੰਮ ਹੋ ਰਿਹਾ ਹੈ ਤੇ ਜਿਹੜਾ ਡਰੱਗ ਦਾ ਮਾਫੀਆ ਹੈ ਉਹਦੇ ਪਿੱਛੇ ਇਸ ਵੇਲੇ ਹੱਥ ਹੋ ਕੇ ਸਿਰਫ ਪੁਲਿਸ ਨਹੀਂ, ਸਰਕਾਰ ਸਭ ਹਰ ਬੰਦਾ ਪਿੱਛੇ ਪਿਆ ਹੋਇਆ। ਐਂਡ ਅਸੀਂ ਇਨਫੈਕਟ ਰੋਡ ਸਿਕਿਉਰਿਟੀ ਫੋਰਸ ਮੈਂ ਇਸ तमाम ਉਪਰਾਲਿਆਂ ਤੋਂ ਬਾਅਦ ਰਿਜ਼ਲਟ ਕੀ ਹੈ? ਰਿਜ਼ਲਟ ਤੁਹਾਡੇ ਸਾਹਮਣੇ ਆ ਰਹੇ ਨੇ। ਇਹ ਅੱਜ ਦੀ ਡੇਟ ਦੇ ਵਿੱਚ ਇਹੋ ਜਿਹੀ ਖਬਰਾਂ ਨਹੀਂ ਆਉਂਦੀਆਂ ਕਿ ਹਾਂਜੀ ਕਿ ਵੀ ਇੰਨੇ ਸੁਸਾਈਡ ਹੋ ਗਏ, ਇੰਨੇ ਸੁਸਾਈਡ। ਜੇ ਤੁਸੀਂ ਅਕਾਲੀ ਦਲ ਤੇ ਕਾਂਗਰਸ ਦੇ ਟਾਈਮ ਤੇ ਦੇਖੋ, ਰੋਜ਼ ਦੀਆਂ ਰੱਬ ਮਿਹਰ ਰੱਖੇ ਪਰ ਮਤਲਬ 6 ਮੌਤਾਂ ਆਉਂਦੀਆਂ ਸੀਗੀਆਂ, ਪਰ ਅੱਜ ਦੀ ਡੇਟ ਦੇ ਵਿੱਚ ਇਹ ਨਹੀਂ ਹੈ। ਅਸੀਂ ਫੜ ਰਹੇ ਹਾਂ, ਅਸੀਂ ਆਪਣਾ ਕੰਮ ਕਰ ਰਹੇ ਹਾਂ। ਕਾਂਗਰਸ ਦੇ ਟਾਈਮ ਤੱਕ ਤਾਂ ਇੱਥੇ ਤੱਕ ਆਇਆ ਕਿ ਵੀ CCTV ਕੈਮਰੇ 'ਚ ਅੰਮ੍ਰਿਤਸਰ ਦੇ ਪੁਲਿਸ ਵਾਲੇ ਜਿਹੜੇ ਹੈ ਉਹ ਕਿਸੇ ਦੇ ਆਪਣੇ ਆਪ ਕਿਵੇਂ ਝੂਠਾ ਕੇਸ ਪਾ ਕੇ ਡਰੱਗਸ ਉਹਦੇ ਸਕੂਟਰ 'ਚ ਪਾ ਕੇ ਉਹਨੂੰ ਫਸਾਇਆ ਗਿਆ। ਇਹੋ ਜਿਹੇ ਕੰਮ ਤਾਂ ਹੁੰਦੇ ਸੀਗੇ ਕਿ ਸਾਡੀ ਸਰਕਾਰ ਦੇ ਵਿੱਚ ਇਹੋ ਜਿਹੇ ਕੰਮ ਸਾਹਮਣੇ ਆ ਰਹੇ ਹੈ ਕਿ ਵੀ ਡਰੱਗਸ ਕਿਤੋਂ ਹੋਰ ਫੜੀਆਂ ਤੇ ਕਿਸੇ ਹੋਰ ਤੇ ਪਲਾਂਟ ਕਰਤੀਆਂ। ਅੱਜ ਦੀ ਡੇਟ ਦੇ ਵਿੱਚ ਡਰੱਗਸ ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ, ਮਾਨ ਸਾਹਿਬ ਦੀ ਸਰਕਾਰ ਬਹੁਤ ਜ਼ਿਆਦਾ ਸੰਜੀਦਾ ਹੈ, ਬਹੁਤ ਸੀਰੀਅਸ ਹੈ ਐਂਡ ਉਹਦੇ ਉੱਪਰ ਕੰਮ ਹੋ ਰਿਹਾ ਹੈ। ਜਿਹੜੇ ਆંકੜੇ ਅੱਜ ਗਿੱਲ ਸਾਹਿਬ ਨੇ ਦਿੱਤੇ, ਜਿਹਦੇ ਬਾਰੇ ਮੁੱਦਾ CM ਸਾਹਿਬ ਆਪ ਮੁੱਦਾ ਚੱਕ ਰਹੇ ਹੈ ਅਸੈਂਬਲੀ ਦੇ ਵਿੱਚ, ਕਦੇ ਦੇਖਿਆ ਇਸ ਤੋਂ ਪਹਿਲਾਂ ਕਿਸੇ ਹੋਰ CM ਨੇ ਪਹਿਲਾਂ ਡਰੱਗਸ ਦੇ ਉੱਪਰ ਕੋਈ ਮੁੱਦਾ ਚੱਕਿਆ ਹੋਵੇ? ਸੰਧੂ ਸਾਹਿਬ ਬਾਰ-ਬਾਰ ਗੱਲ ਆ ਰਹੀ ਹੈ ਕਿ ਪਿਛਲੀ ਸਰਕਾਰ ਦੇ ਵਿੱਚ ਇਹ ਚੀਜ਼ਾਂ ਮਿਸ ਹੋਈਆਂ, ਮਤਲਬ ਇਦਾਂ ਦੀ ਕਦੇ ਵੀ ਨਾ ਤਾਂ ਪ੍ਰੈਸ ਕਾਨਫਰੰਸ ਹੋਈ, ਨਾ CM ਨੇ ਸੰਜੀਦਗੀ ਦਿਖਾਈ। ਦਾਅਵੇ ਤਾਂ ਬਹੁਤ ਕੀਤੇ ਗਏ ਪਰ ਵਾਅਦੇ ਪੂਰੇ ਨਹੀਂ ਹੋਏ। ਧਾਰੀਵਾਲ ਜੀ, ਮੈਨੂੰ ਲੱਗਦਾ ਅਰੋੜਾ ਜੀ ਨੂੰ ਨਾ ਕੁਝ ਚੀਜ਼ਾਂ ਦਾ ਪਤਾ ਹੀ ਨਹੀਂ। ਸੁਖਚੈਨ ਸਿੰਘ ਗਿੱਲ ਮਾਨਯੋਗ ਅੰਮ੍ਰਿਤਸਰ ਦੇ ਜਦੋਂ ਕਮਿਸ਼ਨਰ ਸੀ, ਇਹਨਾਂ ਨੇ ਇੱਥੇ ਪ੍ਰੈਸ ਕਾਨਫਰੰਸ ਕੀਤੀ ਸੀ ਕਾਂਗਰਸ ਦੇ ਵੇਲੇ, ਤੇ ਸਾਡੇ ਇੱਥੇ ਖੰਨਾ ਪੇਪਰ ਮਿਲਿਆ, ਤੁਹਾਨੂੰ ਸਭ ਨੂੰ ਪਤਾ ਹੋਊਗਾ। ਉੱਥੇ ਅਸੀਂ ਕਰੋੜਾਂ ਰੁਪਏ ਦੀ ਹੀਰੋਇਨ ਸਾੜੀ ਸੀ
ਮੈਂ ਨਹੀਂ ਕਹਿੰਦਾ, ਨਹੀਂ ਤੇ ਪਿੱਛੇ ਜਾ ਕੇ ਤੁਸੀਂ ਵੇਖ ਲਓ, ਮੈਂ ਤੁਹਾਨੂੰ WhatsApp ਤੇ ਕਰ ਕਰੋੜਾਂ ਰੁਪਏ, ਇੱਕ ਵਾਰੀ ਨਹੀਂ 2 ਵਾਰੀ ਜਿੰਨੇ ਡਰੱਗਸ ਫੜੇ ਸੀ ਸਾੜੇ ਸੀ, ਔਰ ਇਹਨਾਂ ਨੇ ਹੀ ਸਾੜੇ ਸੀ, ਹੋਰ ਕਿਸੇ ਨੇ ਨਹੀਂ ਸਾੜੇ। ਕਮਿਸ਼ਨਰ ਸੀ ਉਦੋਂ, ਅੱਜ DIG ਨੇ ਵੱਖਰੀ ਗੱਲ ਆ। ਅੱਛਾ, ਮੈਂ ਇਹਨਾਂ ਨੂੰ ਨਾ 5-4 ਹੁਣ ਸਿੱਧੇ ਕੁਐਸਚਨ ਪੁੱਛਣੇ, ਮੇਰਾ ਜਵਾਬ ਦੇਣ। ਇਹ ਕਾਂਗਰਸ ਨੂੰ ਤੇ ਸਾਰੇ ਸਤਿਕਾਰਯੋਗ ਬੁਲਾਰੇ ਰੋਈ ਜਾਂਦੇ ਆ ਵੀ ਇਹ 10 ਸਾਲ ਇਹਨਾਂ ਨੇ ਆਹ ਕਰ ਲਿਆ, 5 ਸਾਲ ਇਹਨਾਂ ਨੇ ਆਹ ਕਰ ਲਿਆ। ਭਾਈ ਸਾਹਿਬ 1.5-2 ਸਾਲ ਤੁਹਾਨੂੰ ਵੀ ਹੋ ਚੱਲਿਆ। ਮੈਨੂੰ ਸਿੱਧਾ ਪਹਿਲਾ ਕੁਐਸਚਨ ਹੈ, ਤੁਹਾਨੂੰ ਇਹ ਦੱਸੋ ਵੀ ਜੇਲ੍ਹਾਂ ਦੇ ਵਿੱਚ ਅਸੀਂ ਕਾਂਗਰਸੀ ਨਸ਼ਾ ਦੇ ਕੇ ਆਉਂਦੇ ਆ ਕਿ ਜੇਲ੍ਹਾਂ 'ਚ ਅਸੀਂ ਕਾਂਗਰਸੀ ਮੋਬਾਈਲ ਦੇ ਕੇ ਆਉਂਦੇ ਆ? ਨੰਬਰ 1 ਤੁਸੀਂ ਮੈਨੂੰ ਦੱਸੋ। ਨੰਬਰ 2, ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਜੀ ਜਦੋਂ ਪ੍ਰੈਸ ਕਾਨਫਰੰਸ ਬਾਰਡਰ ਵਿੱਚ ਕਰਕੇ ਆਉਂਦੇ ਨੇ ਤੇ ਉਹ ਕਹਿੰਦੇ ਨੇ ਬਈ ਸਕੂਲ ਦੇ ਬੱਚਿਆਂ ਦੇ ਵਿੱਚ, ਬੱਚਿਆਂ ਦੇ ਬਸਤਿਆਂ ਤੱਕ ਹੈਰੋਇਨ ਚੱਲ ਗਈ ਹੈ, ਬਸਤਿਆਂ ਦੇ ਵਿੱਚ ਨਸ਼ਾ ਚਲਾ ਗਿਆ। ਕੀ ਉਹ ਝੂਠ ਬੋਲਦੇ ਨੇ? ਕੀ ਉਹ ਕਹਿੰਦੇ ਨੇ ਦੁਕਾਨ 'ਚ ਪਿੰਡ ਨਸ਼ਾ ਪਕੜ ਕੇ ਝੂਠ ਬੋਲਦੇ ਨੇ? ਅੱਛਾ, ਨੰਬਰ 3, ਤੁਸੀਂ ਨਸ਼ਾ ਛਡਾਊ ਕੇਂਦਰਾਂ ਦੀ ਗੱਲ ਕੀਤੀ। ਤੁਹਾਨੂੰ ਪਤਾ ਪੰਜਾਬ 'ਚ ਕਿੰਨੇ ਨਸ਼ਾ ਛਡਾਊ ਕੇਂਦਰ ਨੇ? ਜਿੰਨੇ ਨਸ਼ਾ ਛਡਾਊ ਕੇਂਦਰ ਨੇ ਸਭ ਪ੍ਰਾਈਵੇਟ ਆ, ਔਰ ਸਭ ਦੇ ਸਭ ਨਸ਼ਾ ਛਡਾਊ ਕੇਂਦਰਾਂ ਦੇ ਨਾਂ ਤੇ ਕਲੰਕ ਨੇ। ਉੱਥੇ ਦੁਕਾਨਦਾਰੀਆਂ ਹੋ ਰਹੀਆਂ ਨੇ, ਉੱਥੇ ਲੋਕਾਂ ਨੂੰ ਨਸ਼ਿਆਂ ਤੋਂ ਘੱਟ ਤੇ ਨਸ਼ਿਆਂ ਦੇ ਗਲਤਾਨ ਜ਼ਿਆਦਾ ਕੀਤਾ ਜਾ ਰਿਹਾ। ਅਨਗੜ, ਮਕਬੂਲਪੁਰਾ, ਤੁਹਾਨੂੰ ਸਭ ਨੂੰ ਪਤਾ ਮਸ਼ਹੂਰ ਹੈ ਨਸ਼ਿਆਂ ਦੇ ਵਿੱਚ। ਤੁਹਾਡੀ ਸਰਕਾਰ ਆ ਗਈ, ਤੁਸੀਂ ਉੱਥੋਂ ਨਵਜੋਤ ਸਿੰਘ ਸਿੱਧੂ ਜੀ ਨੂੰ ਤੇ ਸਾਡੇ ਜਿਹੜੇ ਅਕਾਲੀ ਦਲ ਦੇ ਨੇ ਉਹਨਾਂ ਨੂੰ ਹਰਾ ਕੇ, ਤੁਹਾਡੇ ਇੱਕ ਮੈਡਮ ਇੱਥੇ ਮਜੀਠੇ ਜੀ ਨੂੰ ਹਰਾ ਕੇ ਇੱਕ ਤੁਹਾਡੇ ਮੈਡਮ MLA ਬਣੇ। ਉਹਨਾਂ ਨੂੰ ਪੁੱਛ ਲਓ ਅਨਗੜ 'ਚ ਤੁਸੀਂ ਨਸ਼ਾ ਮੁਕਾਤਾ ਤੁਸੀਂ ਮਕਬੂਲਪੁਰੇ 'ਚ? ਤੁਹਾਡੇ ਵਾਲੀ ਵੀਡੀਓ ਨੇ ਇੱਕ ਲੇਡੀ ਜਿਹੜੀ ਝੂਮ ਰਹੀ ਆ ਮਕਬੂਲਪੁਰੇ ਦੀ, ਆਓ ਸਾਡੀ ਨੀ ਗੀ, ਉੱਥੇ ਹਰ ਗਲੀ ਹਰ ਨੁੱਕਰ ਤੇ ਮੌਤ ਬਾਜਾਂ ਮਾਰਨ ਰਹੀ ਆ। ਤੁਸੀਂ ਹਟਾ ਲਿਆ। ਦਰਿਆਵਾਂ ਦੇ ਕੰਢੇ ਤੇ ਤੁਸੀਂ ਆ ਪਿਛਲੇ ਦਿਨ ਵੇਖਿਆ, ਹਰ ਦਰਿਆ ਦੇ ਕੰਢੇ ਤੇ ਤੁਸੀਂ ਵੇਖਿਆ ਲੱਖਾਂ ਕਰੋੜਾਂ ਟਨ ਜਿਹੜੀ ਸ਼ਰਾਬ ਨਜਾਇਜ਼ ਤੁਸੀਂ ਫੜ ਰਹੇ ਹੋ। ਤੁਹਾਨੂੰ ਨਹੀਂ ਪਤਾ ਇਹ ਨਸ਼ਾ ਕਿੱਥੋਂ ਆਉਂਦਾ ਹੈ? ਤੁਹਾਨੂੰ ਨਹੀਂ ਪਤਾ ਇਹ ਸ਼ਰਾਬ ਦਾ ਜਿਹੜਾ ਕੱਚਾ ਮਾਲ ਕਿੱਥੋਂ ਸਪਲਾਈ ਹੁੰਦਾ ਤੇ ਇਹਦੀ ਖਪਤ ਕਿੱਥੇ ਹੁੰਦੀ ਆ? ਸਭ ਪਤਾ ਹੈ, ਤੁਸੀਂ ਫੜ ਨਹੀਂ ਸਕਦੇ। ਤੁਸੀਂ ਆਪਣਾ ਤੰਤਰ ਮਜ਼ਬੂਤ ਕਰੋ। ਤੁਸੀਂ, ਮੈਂ ਤੁਹਾਡੀ ਨੀਅਤ ਤੇ ਸ਼ੱਕ ਨਹੀਂ ਕਰਦਾ, ਤੁਹਾਡੀ ਨੀਤੀ ਠੀਕ ਨਹੀਂ ਗਈ। ਜੇ ਤੁਹਾਡੀ ਨੀਤੀ ਠੀਕ ਹੋਵੇ ਤੁਸੀਂ ਸਭ ਕੁਝ ਕਰ ਸਕਦੇ ਹੋ। ਦੂਜਿਆਂ ਦੇ ਦੂਸ਼ਣਬਾਜ਼ੀ ਲਾਣੇ ਛੱਡੋ ਤੇ ਸੰਜੀਦਾ ਹੋ ਕੇ ਕੰਮ ਕਰੋ। ਤੁਸੀਂ ਸਵਾਲ ਹੋ ਗਏ ਪੂਰੇ ਤੇ ਜਵਾਬ ਲੈ ਲਾਂ ਮੈਂ ਸੰਧੂ ਸਾਹਿਬ? ਲਓ ਜੀ, ਲਓ। ਠੀਕ ਹੈ, ਹਾਂਜੀ ਸੰਧੂ ਸਾਹਿਬ, ਮੈਨੂੰ ਇੱਕ ਵਿਦ ਆਲ ਡਿਊ ਰਿਸਪੈਕਟ ਮੈਨੂੰ ਇੱਕ ਗੱਲ ਦੱਸੋ, ਤੁਸੀਂ ਅੱਜ ਰਾਜਪਾਲ ਤੁਹਾਨੂੰ ਅੱਜ ਚੰਗਾ ਲੱਗਣਾ ਸ਼ੁਰੂ ਹੋ ਗਿਆ। ਇਹੀ ਰਾਜਪਾਲ ਜਦੋਂ ਕਾਂਗਰਸ ਦੀ ਸਰਕਾਰਾਂ ਜਿੱਥੇ ਬਣੀਆਂ ਹੋਈਆਂ, ਜਦੋਂ ਉੱਥੇ ਐਕਸ਼ਨ ਲੈਂਦਾ ਹੈ, ਉਦੋਂ ਤੁਹਾਡੇ ਆਪਣੇ ਜਿਹੜੇ ਲੀਡਰ ਨੇ ਉਹ ਰਾਜਪਾਲ ਨੂੰ ਗਲਤ ਕਹਿੰਦੇ ਆ। ਅੱਜ ਤੁਹਾਨੂੰ ਰਾਜਪਾਲ ਚੰਗਾ ਲੱਗਣਾ ਸ਼ੁਰੂ ਹੋ ਗਿਆ। ਜਿੱਥੇ ਤੱਕ ਤੁਸੀਂ ਗੱਲਾਂ ਕਰਦੇ ਹੋ ਡੀ-ਐਡਿਕਸ਼ਨ ਸੈਂਟਰ ਦੀਆਂ, ਪ੍ਰਾਈਵੇਟ ਹੈਗੇ ਆ ਇਹ ਪ੍ਰਾਈਵੇਟ ਡੀ-ਐਡਿਕਸ਼ਨ ਸੈਂਟਰਸ। ਜੇ ਮਾੜਾ ਕੰਮ ਕਰਦੇ ਸੀਗੇ ਤਾਂ ਤੁਸੀਂ ਆਪਣੇ ਟਾਈਮ ਤੇ ਕਿਉਂ ਨਹੀਂ ਬੰਦ ਕੀਤੇ? ਕੁਝ ਹੋ ਸਕਦਾ ਹੈ, ਯੈਸ, ਮੈਂ ਇਹ ਨਹੀਂ ਕਿ ਵੀ ਹਾਂਜੀ ਮੈਂ ਅੱਖਾਂ ਬੰਦ ਕਰਕੇ ਮੈਂ ਤੁਹਾਡੀ ਸਾਰੀ ਗੱਲਾਂ ਨਕਾਰ ਦੇਵਾਂ। ਕੁਝ ਡੀ-ਐਡਿਕਸ਼ਨ ਸੈਂਟਰ ਜੇ ਹੈ ਉਹ ਗਲਤ ਕੰਮ ਕਰ ਰਹੇ ਆ, ਉਹਨਾਂ ਦੇ ਉੱਪਰ ਐਕਸ਼ਨ ਵੀ ਹੋ ਰਿਹਾ। ਪਰ ਰਾਤੋਂ ਰਾਤ ਜੇ ਅਸੀਂ ਸਾਰੇ ਡੀ-ਐਡਿਕਸ਼ਨ ਸੈਂਟਰ ਬੰਦ ਕਰ ਦਈਏ, ਤੁਸੀਂ ਕੱਲ ਨੂੰ ਤੁਸੀਂ ਹੀ ਆਪ ਇਹ ਗੱਲ ਕਹਿਣੀ ਹੈ ਕਿ ਲਓ ਜੀ ਸਰਕਾਰ ਦਾ ਹੋਰ ਕੋਈ ਕੰਮ ਨਹੀਂ, ਪ੍ਰਾਈਵੇਟ ਡੀ-ਐਡਿਕਸ਼ਨ ਸੈਂਟਰ ਵੀ ਬੰਦ ਕਰਤੇ, ਲੋਕੀ ਨਸ਼ਾ ਛੱਡਣ ਵਾਸਤੇ ਕਿੱਥੇ ਜਾਣਗੇ? ਸੋ ਪਲੀਜ਼ ਥੋੜੀ ਪ੍ਰੈਕਟੀਕਲ ਗੱਲਾਂ ਕਰੋ ਪਲੀਜ਼, ਵਿਦ ਆਲ ਡਿਊ ਰਿਸਪੈਕਟ। ਐਂਡ ਜਿੱਥੇ ਤੱਕ ਤੁਸੀਂ ਇੱਕ ਗੱਲ ਕਰ ਰਹੇ ਹੋ ਕਿ ਵੀ ਸ਼ਰਾਬ ਫੜੀ ਗਈ ਹੈ, ਤੁਸੀਂ ਆਪ ਮੰਨਦੇ ਹੋ ਕਿ ਸ਼ਰਾਬ ਫੜੀ ਗਈ ਹੈ, ਤੇ ਜੇ ਸਰਕਾਰ ਸੰਜੀਦਾ ਨਾ ਹੁੰਦੀ ਇਹਨਾਂ ਮੁੱਦਿਆਂ ਦੇ ਉੱਪਰ, ਉਹ ਸ਼ਰਾਬ ਫੜਦੀ, ਕੋਈ ਐਕਸ਼ਨ ਇਹੋ ਜਿਹਾ ਐਕਸ਼ਨ ਹੁੰਦਾ? ਤੇ ਗਿੱਲ ਸਾਹਿਬ ਦੀ ਜਿਹੜੀ ਤੁਸੀਂ PC ਦੀ ਕਹਿ ਰਹੇ ਹੋ ਨਾ, ਜੇ ਅੰਮ੍ਰਿਤਸਰ ਦੇ ਵਿੱਚ ਕੀਤੀ ਹੈ, ਅਸੀਂ ਉਸੇ ਗਿੱਲ ਸਾਹਿਬ ਨੂੰ ਅੱਜ ਪ੍ਰਮੋਟ ਕੀਤਾ ਤੇ ਅੱਜ ਉਹਨਾਂ ਦੇ ਹੱਥ 'ਚ ਕਮਾਨ ਦਿੱਤੀ ਹੋਈ ਹੈ। ਅੱਜ ਪੰਜਾਬ ਦੀ PC ਕਰ ਰਹੇ ਹੈ। ਐਂਡ ਜਿਹੜੀ ਪਹਿਲਾਂ PCਆਂ ਹੁੰਦੀਆਂ ਸੀਗੀਆਂ, ਬਕਾਇਦਾ ਮੁੱਦਾ ਚੱਕਦੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਐਜ਼ ਆਪੋਜੀਸ਼ਨ, ਤਾਂ ਉਸ ਤੋਂ ਬਾਅਦ ਜਾ ਕੇ ਤੁਸੀਂ PC ਕਰਦੇ ਸੀਗੇ। ਐਂਡ ਜਿਹੜੀ ਗੱਲ ਤੁਸੀਂ ਕਹੀ ਜੇਲ੍ਹਾਂ ਦੀ, ਦੇਖੋ ਸਾਡਾ ਹਰ ਕੰਮ ਇਸ ਵੇਲੇ ਹੋ ਰਿਹਾ ਹੈ। ਅਸੀਂ ਆਪਣੇ ਵੱਲੋਂ ਪੂਰਾ ਜ਼ੋਰ ਲਾ ਰਹੇ ਹਾਂ ਕਿ ਜੇਲ੍ਹਾਂ ਦੇ ਵਿੱਚ ਵੀ ਇਹਨਾਂ ਚੀਜ਼ਾਂ ਦੇ ਉੱਪਰ ਕੰਟਰੋਲ ਹੋਵੇ। ਐਂਡ ਤੁਸੀਂ ਅੱਜ 1 ਸਾਲ ਦਾ ਇਹਦਾ ਕੰਮ ਦੇਖ ਲਓ ਆਮ ਆਦਮੀ ਪਾਰਟੀ ਦੀ ਸਰਕਾਰ ਦਾ, 1.25 ਸਾਲ ਦਾ, ਤੇ ਤੁਸੀਂ ਆਪਣੀ ਸ਼ੁਰੂਆਤ ਦੇ 3 ਸਾਲ ਵੀ ਦੇਖ ਲਓ। ਅੱਜ ਦੀ ਡੇਟ 'ਚ ਵੀ ਤੁਹਾਡੇ 5 ਸਾਲ ਨਾਲੋਂ 1.25 ਸਾਲ ਦੇ ਵਿੱਚ ਜੋ ਕੰਮ ਹੋਇਆ ਉਹ ਕਈ ਗੁਣਾ ਜ਼ਿਆਦਾ ਹੋਇਆ। ਮੈਂ ਸਿੱਧੀ ਜਿਹੀ ਗੱਲ ਤੁਹਾਨੂੰ ਪੁੱਛੀ, ਤੁਸੀਂ ਉਹਦਾ ਜਵਾਬ ਨਹੀਂ ਦਿੱਤਾ ਕਿ ਜੇ ਅਸੀਂ 20 ਕਰੋੜ ਦੇ ਕੈਮਰੇ ਲਗਾ ਰਹੇ ਹਾਂ ਸੰਧੂ ਸਾਹਿਬ, ਇਹਦੇ 'ਚ ਤੁਸੀਂ ਕਿਹੋ ਜਿਹਾ ਕੋਈ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ? ਅਸੀਂ ਅੱਜ ਉੱਥੇ ਰੋਡ ਸਿਕਿਉਰਿਟੀ ਫੋਰਸ ਕਾਇਮ ਕਰਨ ਜਾ ਰਹੇ ਹਾਂ, ਜਿਹਦੇ ਵਾਸਤੇ 40 ਕਰੋੜ ਰੁਪਏ ਆਲਰੇਡੀ ਸਾਈਡ ਤੇ ਰੱਖ ਦਿੱਤਾ ਗਿਆ। 37 ਕਰੋੜ ਰੁਪਏ ਆਲਰੇਡੀ ਸਾਈਡ ਤੇ ਰੱਖਿਆ ਗਿਆ ਕਿ ਵੀ ਹਾਂਜੀ ਰੋਡ ਸਿਕਿਉਰਿਟੀ ਫੋਰਸ ਬਣਾਣੀ ਹੈ। ਤਾਂ ਤੁਸੀਂ ਕਿਹੜੇ ਕੰਮ ਕੀਤੇ ਆ? ਤੁਸੀਂ ਤਾਂ STF ਦਾ ਜਿਹੜਾ ਇੱਕ ਇਮਾਨਦਾਰ ਅਫਸਰ ਲਗਾਇਆ ਸੀਗਾ, ਤੁਸੀਂ ਤਾਂ ਥੋੜਾ ਟਾਈਮ ਉਹਦੇ ਹੱਥ 'ਚ ਕਮਾਨ ਦਿੱਤੀ। ਜਦ ਦੇਖਿਆ ਕਿ ਵੀ ਉਹ ਤਾਂ ਕਾਂਗਰਸ ਦੇ ਹੀ ਬੰਦਿਆਂ ਦੇ ਤੇ ਨਕੈਲ ਕੱਸ ਰਿਹਾ, ਵੀ ਉਹਨਾਂ ਨੂੰ ਫੜ ਰਿਹਾ, ਤੁਸੀਂ ਉਹਨੂੰ ਚੱਕ ਕੇ ਸ਼ਿਫਟ ਕਰਤਾ। ਇਹ ਗੱਲ ਗਲਤ ਹੈ, ਦੱਸ ਦਿਓ ਮੈਨੂੰ ਅੱਜ ਤੁਸੀਂ। ਸਰ ਮੈਂ ਇੱਕ ਵੈਸੇ ਗੱਲ ਦੱਸਾਂ, ਨਹੀਂ ਸੰਧੂ ਸਾਹਿਬ, ਮੈਂ ਤੁਹਾਡੀ ਗੱਲ ਕੱਟ ਨਹੀਂ ਰਿਹਾ ਤੁਹਾਨੂੰ। ਮੈਂ ਪਹਿਲਾਂ ਐਜ਼ ਅ ਆਪੋਜੀਸ਼ਨ ਜਦੋਂ ਅਸੀਂ ਸੀਗੇ ਨਾ, ਤੇ ਇਹ ਮੁੱਦੇ ਮੈਂ ਟੀਵੀਆਂ ਤੇ ਬਹੁਤ ਚੱਕਦਾ ਰਿਹਾ
ਤੁਹਾਨੂੰ ਸ਼ਾਇਦ ਇਸ ਚੀਜ਼ ਦਾ ਮੈਨੂੰ ਪਤਾ ਨਹੀਂ ਕਿ ਪਤਾ ਹੈ ਕਿ ਨਹੀਂ ਪਤਾ, ਪਰ ਇਹ ਮੁੱਦੇ ਮੇਰੇ ਤੇ ਪਾਰਟੀ ਦੇ ਚੱਕੇ ਗਏ ਆ ਪਹਿਲਾਂ। ਅਰੋੜਾ ਜੀ ਆਪਾਂ ਬੇਨਤੀ ਸੁਣੋ। ਚਲੋ ਤੁਸੀਂ ਮੈਨੂੰ ਇਹ ਦੱਸੋ, ਮੈਂ ਤੁਹਾਨੂੰ 3-4 ਕੁਐਸਚਨ ਕੀਤੇ, ਤੁਸੀਂ ਕਿਸੇ ਦਾ ਜਵਾਬ ਤਸੱਲੀ ਬਖਸ਼ ਨਹੀਂ ਦਿੱਤਾ। ਤੁਹਾਨੂੰ ਪਤਾ ਤਸੱਲੀ ਨਹੀਂ ਹੋ ਸਕਦੀ ਸੰਧੂ ਸਾਹਿਬ। ਚਲੋ ਚਲੋ ਇਹ ਦਰਸ਼ਕ ਫੈਸਲਾ ਕਰਨਗੇ। ਹਰ ਰੈਸਟੋਰੈਂਟ ਦੇ ਵਿੱਚ ਹੁੱਕਾ ਚੱਲ ਰਿਹਾ, ਤੁਸੀਂ ਜਾ ਕੇ ਵੇਖ ਲਓ ਕਿਹੜਾ ਰੈਸਟੋਰੈਂਟ ਜਿੱਥੇ ਹੁੱਕਾ ਨਹੀਂ ਚੱਲ ਰਿਹਾ। ਕੀ ਹੁੱਕਾ ਬੈਨ ਨਹੀਂ? ਤੁਸੀਂ ਹੁੱਕੇ ਫੜਦੇ ਹੋ, ਤੇ ਜੇ ਤੁਹਾਡੀ ਪੁਲਿਸ ਹੁੱਕਾ ਫੜਦੀ ਹੈ, ਤੁਹਾਡਾ ਐਮਐਲਏ ਜਾ ਕੇ ਨੂੰ ਰੋਕਦਾ ਨਹੀਂ, ਪ੍ਰੈਸ ਕਾਨਫਰੰਸ ਨਹੀਂ ਕਰਦਾ? ਉਹ ਕਿਉਂ ਪ੍ਰੈਸ ਕਾਨਫਰੰਸ ਕਰਦਾ? ਫਿਰ ਕੀ ਚੱਕਰ ਹੈ, ਇਹ ਦੱਸਿਆ ਜਾਵੇ। ਨਹੀਂ, ਸਰਕਾਰ ਗਲਤ ਹੈ ਕਿ ਪੰਜਾਬ ਪੁਲਿਸ ਗਲਤ ਹੈ? ਮੈਂ ਜਵਾਬ ਦੇਵਾਂ ਸੰਧੂ ਸਾਹਿਬ? ਜਿਹੜੇ ਦੇਖੋ ਜਿਹੜੀ ਹੁੱਕੇ ਦੀ ਤੁਸੀਂ ਗੱਲ ਕਰ ਰਹੇ ਹੋ, ਦੇਖੋ ਅਸੀਂ ਲੋਕਾਂ ਦੇ ਵਿੱਚ ਨਾ ਇੱਕ ਵਿਚਾਰ ਜੇ ਲੈ ਕੇ ਜਾਣਾ ਹੈ ਨਾ, ਤੇ ਅਸੀਂ ਉਹ ਸੰਜੀਦਾ ਤਰੀਕੇ ਦੇ ਨਾਲ ਤੇ ਪਿਓਰ ਤਰੀਕੇ ਨਾਲ ਲੈ ਕੇ ਜਾਈਏ। ਹੁੱਕਾ ਜਿਹੜਾ ਹੈ ਇਨ ਇਟਸੈਲਫ ਇਟ ਡਸ ਨਾਟ ਫਾਲ ਵਿਦਿਨ ਦੀ ਪਰਵਿਊ ਆਫ ਐਨਡੀਪੀਐਸ। ਤੁਸੀਂ ਉਹਨੂੰ ਐਨਡੀਪੀਐਸ ਦੇ ਬਰਾਬਰ ਦਾ ਦਰਜਾ ਨਾ ਦਿਓ। ਹੁੱਕੇ ਦੀ ਜਿਹੜੀ ਪ੍ਰੋਬਲਮ ਸੀਗੀ, ਉਹ ਹੁੱਕੇ ਦਾ ਜਿਹੜਾ ਹੁੱਕਾ ਹੈ, ਹੁੱਕੇ ਦੇ ਜਿਹੜਾ ਚੰਡੀਗੜ੍ਹ ਦੇ ਵਿੱਚ ਬੰਦ ਹੋਇਆ, ਅੱਜ ਦੀ ਡੇਟ ਦੇ ਵਿੱਚ ਹਰਿਆਣੇ ਦੇ ਵਿੱਚ ਚੱਲ ਰਿਹਾ। ਚੰਡੀਗੜ੍ਹ ਦੇ ਵਿੱਚ ਇਸ ਕਰਕੇ ਬੰਦ ਹੋਇਆ, ਪੰਜਾਬ ਦੇ ਵਿੱਚ ਇਸ ਕਰਕੇ ਬੰਦ ਹੋਇਆ ਕਿਉਂਕਿ ਉਹ ਫੇਫੜਿਆਂ ਦੇ ਰਿਲੇਟਡ ਹੈ, ਉਹ ਨਸ਼ੇ ਦੇ ਰਿਲੇਟਡ ਨਹੀਂ ਹੈ। ਸੋ ਮੇਰੇ ਖਿਆਲ ਤੋਂ ਥੋੜਾ ਜਿਹਾ ਇਹਨਾਂ ਮਾਮਲਿਆਂ ਦੇ ਵਿੱਚ ਥੋੜਾ ਸੰਜੀਦਗੀ ਨਾਲ ਅਸੀਂ ਬਿਆਨ ਦਈਏ। ਤੁਸੀਂ ਇੱਕ ਬਹੁਤ ਵਧੀਆ ਸਪੋਕਸਪਰਸਨ ਹੋ ਐਂਡ ਇੱਕ ਪੁਰਾਣੀ ਪਾਰਟੀ ਨੂੰ ਬਿਲੋਂਗ ਕਰਦੇ ਹੋ। ਅਸੀਂ ਲੋਕਾਂ ਦੇ ਵਿੱਚ ਸਹੀ ਗੱਲ ਲੈ ਕੇ ਜਾਣੀ ਹੈ। ਉਮੀਦ ਨਹੀਂ ਸੀ ਰੱਖਦਾ ਇਹ, ਮੈਂ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਰੱਖਦਾ ਵੀ ਤੁਸੀਂ ਇਸ ਤਰ੍ਹਾਂ ਜਸਟੀਫਾਈ ਕਰੋਗੇ ਵੀ ਮੈਂ ਜਸਟੀਫਾਈ ਨਹੀਂ ਕਰ ਰਿਹਾ, ਪਰ ਮੈਂ ਲੋਕਾਂ ਦੇ ਵਿੱਚ ਗਲਤ ਮੈਸੇਜ ਨਹੀਂ ਜਾਣ ਦਊਂਗਾ। ਨਹੀਂ, ਮੈਂ ਗਲਤ ਮੈਸੇਜ ਨਹੀਂ ਜਾਣ ਦਊਂਗਾ ਸੰਧੂ ਸਾਹਿਬ। ਉਹਦੀ ਡੱਬੀ ਹੁੰਦੀ ਹੈ, ਉਹ ਕੈਂਸਰ ਕਰਦੀ ਹੈ, ਕੈਂਸਰ। ਹਾਂ, ਤੇ ਕੈਂਸਰ ਸਰ, ਨਸ਼ਾ ਤੇ ਕੈਂਸਰ 'ਚ ਫਰਕ ਨਹੀਂ ਹੈ। ਏਦਾਂ ਤਾਂ ਟੋਬੈਕੋ ਵੀ ਬੰਦ ਹੈ, ਤੇ ਘੱਟੋ ਘੱਟ ਉਹਨੂੰ ਨਸ਼ੇ ਦੀ ਕੈਟਾਗਰੀ 'ਚ ਪਾ ਕੇ ਨਾ ਕਰੋ ਪਲੀਜ਼। ਤੁਸੀਂ ਨਹੀਂ, ਇਹ ਗਲਤ ਨਹੀਂ। ਮੇਰੇ ਖਿਆਲ ਤੋਂ ਨਵਜੋਤ ਜੀ ਇਹਨਾਂ ਨੂੰ ਜਵਾਬ ਮਿਲ ਗਿਆ ਸ਼ਾਇਦ। ਹੁਣ ਬਸ ਇਹਨਾਂ ਨੂੰ ਜਵਾਬ ਮਿਲ ਗਿਆ ਤੇ ਇਹ ਉਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ। ਅਸੀਂ ਹੋਮੇ ਤੇ ਨਹੀਂ ਲੜਾਈ ਲੜਨੀ, ਅਸੀਂ ਪੰਜਾਬ ਦੀ ਲੜਾਈ ਲੜਨੀ ਹੈ ਸੰਧੂ ਸਾਹਿਬ। ਅਰੋੜਾ ਜੀ, ਹੁੱਕੇ ਦੀ ਆੜ ਦੇ ਵਿੱਚ ਕਈ ਗੈਰ ਕਾਨੂੰਨੀ ਨਸ਼ੇ ਹੁੰਦੇ ਨੇ, ਉੱਥੇ ਮੇਰੀ ਗੱਲ ਨੂੰ ਫੋਲੋ ਕਰੋ। ਪੰਜਾਬ ਦੀ ਜਵਾਨੀ ਬਚਾਣੀ ਹੈ, ਪੰਜਾਬ ਦੀ ਜਵਾਨੀ ਨੂੰ ਬਰਬਾਦ ਨਹੀਂ ਕਰਨਾ। ਨਹੀਂ ਸੰਧੂ ਸਾਹਿਬ, ਆਈ ਐਗਰੀ। ਜੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਹੁੱਕੇ ਦੀ ਆੜ ਦੇ ਵਿੱਚ ਹੁੰਦਾ, ਫਿਰ ਪਲੀਜ਼ ਆਪਣੀ ਸਟੇਟਮੈਂਟ ਥੋੜੀ ਕਲੀਅਰ ਰੱਖੋ। ਬਟ ਮੈਂ ਤੁਹਾਨੂੰ ਵਿਸ਼ਵਾਸ ਦਿਵਾਨਾ, ਜਿੱਥੇ ਹੁੱਕੇ ਦੀ ਆੜ ਦੇ ਵਿੱਚ ਕੁਝ ਐਦਾਂ ਕੋਈ ਵੀ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉੱਥੇ ਪੁਲਿਸ ਨੇ ਪੂਰਾ ਬਕਾਇਦਾ ਐਕਸ਼ਨ ਲਿਆ। ਐਂਡ ਜਿਹੜਾ ਤੁਸੀਂ ਐਮਐਲਏ ਦੀ ਗੱਲ ਕਰ ਰਹੇ ਹੋ, ਪੀਸੀ ਕੀਤੀ ਹੈ, ਦੇਖੋ ਮੇਰੀ ਗੱਲ ਸਮਝੋ। ਜੇ ਕੋਈ ਗਲਤ ਬੰਦੇ ਵਿੱਚ ਫੜੇ ਜਾਣਗੇ ਤੇ ਫਿਰ ਜੇ ਕਿਸੇ ਐਮਐਲਏ ਨੇ ਕੋਈ ਪੀਸੀ ਕਰਤੀ ਹੈ, ਤੇ ਫਿਰ ਮੈਨੂੰ ਨਹੀਂ ਲੱਗਦਾ ਕਿ ਵੀ ਹਾਂਜੀ ਇੱਕ ਗਲਤ ਕੀਤੇ ਹੋਏ ਐਕਸ਼ਨ ਦੇ ਖਿਲਾਫ ਕੋਈ ਪੀਸੀ ਕਰ ਰਿਹਾ ਹੋਵੇ। ਹਾਲਾਂਕਿ ਹੁੱਕੇ ਨਹੀਂ, ਇੱਕ ਮਿੰਟ ਸੰਧੂ ਸਾਹਿਬ, ਉਸ ਪੀਸੀ ਦੇ ਸੰਧੂ ਸਾਹਿਬ ਇੱਕ ਮਿੰਟ ਬਸ, ਮੈਂ ਇੱਕ ਲਾਈਨ ਲੈ ਰਿਹਾ, ਉਸ ਤੋਂ ਬਾਅਦ ਇੱਕ ਮਿੰਟ। ਉਸ ਪੀਸੀ ਦੇ ਵਿੱਚ ਹੁੱਕੇ ਦੇ ਰਿਲੇਟਡ ਕੋਈ ਗੱਲ ਨਹੀਂ ਹੋਈ। ਸੋ ਪਲੀਜ਼ ਵਿਦ ਆਲ ਡਿਊ ਰਿਸਪੈਕਟ, ਇਹ ਗੱਲ ਨਾ ਕਰੋ ਕਿ ਵੀ ਹਾਂਜੀ ਹੁੱਕੇ ਦੇ ਹੱਕ ਦੇ ਵਿੱਚ ਕੋਈ ਪੀਸੀ ਹੋਈ ਹੈ। ਠੀਕ ਹੈ ਅਰੋੜਾ ਜੀ, ਮੇਨ ਗੱਲ ਇਹ ਹੈ ਲਾਸਟ ਧਾਰੀਵਾਲ ਜੀ, ਇੱਕ ਮਿੰਟ ਸਿਰਫ ਇੱਕ ਮਿੰਟ ਇੱਕ ਹੋਰ ਲਾਈਨ। ਅਰੋੜਾ ਜੀ ਵੇਖੋ, ਆਪਾਂ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਗੱਲ ਕਰੀਏ। ਸੰਜੀਦਾ ਡਿਬੇਟ ਆ, ਸਪੋਕਸਮੈਨ ਦੀ ਡਿਬੇਟ ਬੜੀ ਵਧੀਆ ਹੁੰਦੀ ਹੈ। ਆਪਾਂ ਪੰਜਾਬ ਦੀ ਜਵਾਨੀ ਨੂੰ ਬਚਾਉਣਾ, ਇਹ ਨਹੀਂ ਕਹਿਣਾ ਵੀ ਹੁੱਕਾ ਨਸ਼ਾ ਜਾਂ ਦੇਸੀ ਸ਼ਰਾਬ ਨਸ਼ਾ ਨਹੀਂ। ਨਸ਼ਾ ਆ, ਕੋਈ ਕੋਡ ਆ ਸਾਡੇ ਪੰਜਾਬ ਦੇ ਉੱਤੇ, ਸਾਡੀ ਜਵਾਨੀ ਬਰਬਾਦ ਹੋ ਰਹੀ ਆ। ਛੋਟੇ ਬੱਚੇ ਸੋਲੂਸ਼ਨ ਲੈ ਕੇ ਤੁਸੀਂ ਵੇਖਿਆ, ਇਸ ਕਰਕੇ ਮੈਂ ਕਹਿ ਰਿਹਾ ਆਪਾਂ ਇਹਨੂੰ ਸੰਜੀਦਗੀ ਨਾਲ ਵਿਚਾਰੀਏ। ਸੰਧੂ ਸਾਹਿਬ, ਮੇਰਾ ਤਾਂ ਹੀ ਅਗਲਾ ਸਵਾਲ ਹੀ ਇਹ ਸੀਗਾ ਵੀ ਇਹਦੇ ਉੱਤੇ ਜਿਹੜੀ ਕਲੈਕਟਿਵ ਰਿਸਪੌਂਸਿਬਿਲਿਟੀ ਹੈ, ਜਿਹੜੀ ਸੋਸ਼ਲ ਰਿਸਪੌਂਸਿਬਿਲਿਟੀ ਹੋਣੀ ਚਾਹੀਦੀ ਹੈ। ਮੈਂ ਡਾਕਟਰ ਸਾਹਿਬ ਤੋਂ ਇੱਕ ਆਸ ਤੇ ਉਮੀਦ ਦੇ ਨਾਲ ਇਹ ਸਵਾਲ ਕਰ ਰਿਹਾ। ਡਾਕਟਰ ਸਾਹਿਬ, ਮੈਨੂੰ ਲੱਗਦਾ ਸੁਸਾਇਟੀ ਦੇ ਵਿੱਚ ਉਹ ਵੀ ਮਾਈਨਸ ਹੈ, ਜਿੱਥੇ ਇਹ ਗੱਲ ਆਉਂਦੀ ਜਾ ਰਹੀ ਹੈ ਕਿ ਚਲੋ ਛੱਡੋ ਆਪਾਂ ਕੀ ਲੈਣਾ, ਚਲੋ ਛੱਡੋ ਮੈਂ ਕੀ ਲੈਣਾ, ਚਲੋ ਅਸੀਂ ਕੀ ਲੈਣਾ। ਜਿਹੜੀ ਇਹ ਗੱਲ ਆ ਗਈ ਅਸੀਂ ਕੀ ਲੈਣ ਵਾਲੀ, ਉੱਥੇ ਜਾ ਕੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਪ੍ਰਸ਼ਾਸਨ ਵੀ ਫੇਲ ਹੋ ਜਾਂਦਾ, ਕਿਉਂਕਿ ਇਹ ਜਿਸ ਤਰੀਕੇ ਦੀ ਅਲਾਮਤ ਸਾਨੂੰ ਚਿੰਬੜੀ ਹੈ, ਇਹਦੇ ਉੱਤੇ ਇੱਕ ਸੋਸ਼ਲ ਕਲੈਕਟਿਵ ਰਿਸਪੌਂਸਿਬਿਲਿਟੀ ਦੀ ਬਹੁਤ ਵੱਡੀ ਜ਼ਰੂਰਤ ਹੈ। ਦੇਖੋ, ਮੈਂ ਨਾ ਸੰਧੂ ਸਾਹਿਬ ਤੇ ਅਰੋੜਾ ਸਾਹਿਬ ਦੇ ਨਾਲ ਕਿਸੇ ਹੱਦ ਤੱਕ ਬਹੁਤ ਸਾਰੀਆਂ ਗੱਲਾਂ ਤੇ ਸਹਿਮਤ ਵੀ ਆ ਔਰ ਨਹੀਂ ਵੀ ਆ। ਜਿਹੜੀ ਹੁੱਕੇ ਦੀ ਗੱਲ ਦੇ ਉੱਤੇ ਸੰਧੂ ਸਾਹਿਬ ਅੱਜ ਬਹੁਤ ਗੰਭੀਰਤਾ ਦੇ ਨਾਲ ਗੱਲ ਕਰ ਰਹੇ ਆ, ਉੱਥੇ ਜਿਹੜੀ ਸਮੱਸਿਆ ਆ ਰਹੀ ਹੈ ਨਾ, ਆਪਾਂ ਜਿਹੜੀ ਸੋਸ਼ਲੀ ਕਲੈਕਟਿਵ ਦੀ ਗੱਲ ਕਰ ਰਹੇ ਆ, ਹੁੱਕਾ ਨੂੰ ਸਾਡੀ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਮੱਸਿਆ ਕਿ ਉਹਨੂੰ ਇੱਕ ਹੁੱਕੇ ਨੂੰ ਨਸ਼ੇ ਦੀ ਤਰ੍ਹਾਂ ਨਹੀਂ ਲੈ ਰਹੀ, ਉਹਨੂੰ ਟ੍ਰੈਂਡ ਦੀ ਤਰ੍ਹਾਂ ਲੈ ਰਹੀ ਹੈ, ਉਹਨੂੰ ਫੈਸ਼ਨ ਦੀ ਤਰ੍ਹਾਂ ਲੈ ਰਹੀ ਹੈ। ਅਸੀਂ ਆਮ ਹੀ ਦੇਖਦੇ ਸੋਸ਼ਲ ਮੀਡੀਆ ਤੇ ਜਿਹੜੇ ਰੀਲਸ ਪਾ ਰਹੇ ਨੇ, ਇੰਸਟਾਗ੍ਰਾਮ ਤੇ ਪਾਉਂਦੇ ਨੇ, ਕੋਈ ਹੋਰ ਪਾਉਂਦੇ ਨੇ, ਉਹ ਸਾਰਿਆਂ ਦੇ ਉੱਤੇ ਹੁੱਕੇ ਨਾਲ ਇੱਕ ਟ੍ਰੈਂਡ ਦੀ ਤਰ੍ਹਾਂ ਚੱਲ ਪਿਆ। ਸੋ ਸਾਨੂੰ ਇਹਨੂੰ ਪ੍ਰਮੋਟ ਨਹੀਂ, ਇਹਨੂੰ ਨਿੰਦਣਾ ਚਾਹੀਦਾ। ਹੁੱਕਾ ਇੱਕ ਨਸ਼ਾ ਹੈ, ਇਹ ਜ਼ਰੂਰੀ ਨਹੀਂ ਕਿ ਸਾਇੰਟੀਫਿਕਲੀ ਇਹਦਾ ਕੈਂਸਰ ਹੁੰਦਾ ਜਾਂ ਇਹਨਾਂ ਬੰਦਾ ਡੋਲਦਾ ਨਹੀਂ, ਜਾਂ ਉਹ ਵੱਖਰੀਆਂ ਗੱਲਾਂ ਨੇ, ਪਰ ਇੱਕ ਨਸ਼ਾ ਆ ਔਰ ਸਾਨੂੰ ਇਸ ਚੀਜ਼ ਨੂੰ ਆਪਣੀ ਪੀੜ੍ਹੀ ਨੂੰ ਬਚਾ ਕੇ ਰੱਖਣਾ ਚਾਹੀਦਾ। ਇਦਾਂ ਹੀ ਇੱਕ ਜ਼ਮਾਨੇ 'ਚ ਕਹਿੰਦੇ ਹੁੰਦੇ ਸੀ ਕਿ ਅਫੀਮ ਆ, ਜੇ ਅਫੀਮ ਖਾ ਕੇ ਬੰਦਾ ਕੰਮ ਬਹੁਤ ਕਰਦਾ, ਇਹ ਮਾੜੀ ਚੀਜ਼ ਨਹੀਂ। ਪਰ ਅਸੀਂ ਦੇਖਿਆ ਕਿ ਪਹਿਲਾਂ ਸ਼ਰਾਬ, ਫਿਰ ਅਫੀਮ, ਫਿਰ ਚਿੱਟਾ, ਫਿਰ ਹੋਰ ਨਸ਼ੇ ਆਉਣੇ ਸ਼ੁਰੂ ਹੋ ਗਏ।
ਸੋ ਸਾਨੂੰ ਇਹ ਨਸ਼ਿਆਂ ਦੇ ਖਿਲਾਫ ਜਿਹੜੀ ਹੈਗੀ ਮੁਹਿੰਮ ਨੂੰ ਤੇਜ਼ੀ ਦੇ ਨਾਲ, ਬਰੀਕੀ ਦੇ ਨਾਲ, ਆਪਣੀ ਨੈਤਿਕਤਾ ਜ਼ਿੰਮੇਵਾਰੀ ਦੇ ਨਾਲ ਸਾਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ। ਪਰ ਇੱਥੇ ਜਿੱਥੇ ਗੱਲ ਕਰਦੇ ਹਾਂ ਕਿ ਮੈਂ ਅਰੋੜਾ ਸਾਹਿਬ ਨੇ ਕਿਹਾ ਸੀਗਾ ਕਿ ਡੀ ਐਡਿਕਸ਼ਨ ਸੈਂਟਰਸ ਦੇ ਬਾਰੇ ਗੱਲ ਕੀਤੀ ਸੀ, ਡਾਕਟਰ ਬਲਵੀਰ ਸਿੰਘ ਨੇ ਬੜਾ ਕੁਝ ਕਰ ਰਹੇ ਨੇ। ਮੈਂ ਮੰਨਦਾ ਕਿ ਡਾਕਟਰ ਬਲਵੀਰ ਸਿੰਘ ਇਸੇ ਕਿੱਤੇ ਦੇ ਨਾਲ ਨੇ, ਇਸੇ ਪ੍ਰੋਫੈਸ਼ਨ ਦੇ ਨਾਲ ਬਹੁਤ ਮਿਹਨਤ ਕਰ ਰਹੇ ਨੇ। ਪਰ ਮੈਂ ਇਹਨਾਂ ਨੂੰ ਇਹ ਵੀ ਯਾਦ ਕਰਾਉਣਾ ਚਾਹੁੰਦਾ ਕਿ ਸਰਕਾਰ ਵੱਲੋਂ ਇੱਕ ਵੀ, ਕਿਉਂਕਿ ਜਿਹੜਾ ਡੀ ਐਡਿਕਸ਼ਨ ਸੈਂਟਰ ਹੁੰਦਾ ਤੇ ਐਮਡੀ ਸਾਈਕੈਟ੍ਰਿਸਟ ਡਾਕਟਰ ਰੱਖੇ ਜਾਂਦੇ ਨੇ, ਪਰ ਸਰਕਾਰ ਵੱਲੋਂ 1.5 ਸਾਲ ਦੇ ਵਿੱਚ ਇੱਕ ਵੀ ਐਮਡੀ ਸਾਈਕੈਟ੍ਰਿਸਟ ਅਪਾਇੰਟ ਨਹੀਂ ਕੀਤਾ ਗਿਆ। ਔਰ ਡੀ ਐਡਿਕਸ਼ਨ ਸੈਂਟਰਸ ਜਿਵੇਂ ਕਿ ਹੁਣੇ ਗੱਲ ਚੱਲੀ ਪ੍ਰਾਈਵੇਟ ਵੀ ਨੇ ਔਰ ਗਵਰਨਮੈਂਟ ਸੈਂਟਰਸ ਵੀ ਨੇ, ਪਰ ਉੱਥੇ ਜੋ ਵੀ ਕਹ ਲਓ ਜਿੰਨੀਆਂ ਸਹੂਲਤਾਂ ਨਸ਼ਾ ਛੁਡਾਉਣ ਦੇ ਲਈ ਨੌਜਵਾਨਾਂ ਨੂੰ ਮਿਲਣੀਆਂ ਚਾਹੀਦੀਆਂ ਨਹੀਂ ਮਿਲ ਰਹੀਆਂ, ਤਾਂ ਹੀ ਲੋਕ ਸਰਕਾਰਾਂ ਪ੍ਰਾਈਵੇਟ ਸੈਂਟਰਸ ਵੱਲ ਜਾ ਰਹੇ ਨੇ। ਔਰ ਜਿੱਥੋਂ ਇਹਨਾਂ ਨੇ ਗੱਲ ਕੀਤੀ ਕਿ ਕਿਸੇ ਹੋਰ ਸਰਕਾਰ ਨੇ ਪਹਿਲਾਂ ਇਸ ਮਸਲੇ ਨੂੰ ਜਾਂ ਇਸ ਮੁੱਦੇ ਨੂੰ ਇੰਨੀ ਸੰਜੀਦਗੀ ਦੇ ਨਾਲ ਨਹੀਂ ਲਿਆ, ਤਾਂ ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਵੱਧਦੇ ਨਸ਼ੇ ਨੂੰ ਹੀ ਕੰਟਰੋਲ ਕਰਨ ਦੇ ਲਈ ਕੇਂਦਰ ਸਰਕਾਰ ਨੇ BSF ਦਾ ਦਾਇਰਾ ਵਧਾਇਆ ਸੀ। ਕਿਉਂਕਿ ਪਹਿਲਾਂ BSF ਦਾ ਦਾਇਰਾ ਬਹੁਤ ਛੋਟਾ ਹੁੰਦਾ ਸੀ, ਬਿਲਕੁਲ ਬਾਰਡਰਾਂ ਦੇ ਕਲੋਜ਼ ਹੁੰਦਾ ਸੀਗਾ, ਉੱਥੋਂ ਤੱਕ ਪੂਰੀ ਤਰ੍ਹਾਂ ਜਿਹੜਾ ਰੈਕਟ ਕੰਮ ਨਹੀਂ ਸੀ ਕਰ ਪਾਉਂਦਾ ਰੈਕਟ ਨੂੰ ਰੋਕਣ ਦੇ ਲਈ। ਇਸੇ ਕਰਕੇ ਹੀ ਕੇਂਦਰ ਸਰਕਾਰ ਨੇ ਜਿਹੜਾ BSF ਦਾ ਦਾਇਰਾ ਵਧਾਇਆ ਸੀ, ਤਾਂ ਕਿ ਜਿਹੜੇ ਨਸ਼ੇ ਦੇ ਵੱਡੇ ਮਗਰਮੱਛ ਨੇ ਉਹਨਾਂ ਨੂੰ ਫੜਿਆ ਜਾ ਸਕੇ ਔਰ ਨਸ਼ੇ ਦੀ ਸਮਗਲਿੰਗ ਨੂੰ ਰੋਕਿਆ ਜਾ ਸਕੇ। ਔਰ ਇਸ ਦੇ ਲਈ ਅੱਜ ਸੁਖਚੈਨ ਗਿੱਲ ਜੀ ਨੇ ਵੀ ਇਸ ਗੱਲ ਦੇ ਮੰਨੇ ਨੇ ਕਿ BSF ਆਪਣਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰ ਰਹੀ ਹੈ। ਸੋ ਇਸ ਦੇ ਨਾਲ ਹੀ ਜਿਹੜੀ ਗੱਲ ਮੈਂ ਤਾਂ ਇੱਥੇ ਅਰੋੜਾ ਸਾਹਿਬ ਦੇ ਕੋਲ ਇਹ ਗੱਲ ਪੁੱਛਣੀ ਚਾਹੁੰਦਾ ਕਿ ਸਿਰਫ ਜਿੱਥੇ ਆਪਾਂ ਗੱਲ ਕਰ ਰਹੇ ਹਾਂ ਕਿ ਬਾਰਡਰਾਂ ਦੇ ਉੱਤੇ ਨਸ਼ਾ ਵੱਧ ਰਿਹਾ ਜਾਂ ਬਾਰਡਰੀ ਇਲਾਕਿਆਂ ਤੋਂ ਆ ਰਿਹਾ, CM ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਹੈ ਕਿ ਜਿਹੜਾ ਨਸ਼ਾ ਆ ਉਹ ਤਾਂ ਪੰਜਾਬ 'ਚ ਹੀ ਬਣਦਾ, ਇੱਥੇ ਹੀ ਬਣਦਾ, ਇੱਥੇ ਹੀ ਫੜੇ ਜਾਣਗੇ। ਸੋ ਹੁਣ ਤੱਕ ਪਿਛਲੇ 1.5 ਸਾਲ ਦੇ ਵਿੱਚ ਜੇ ਤੁਹਾਨੂੰ ਇੰਨਾ ਪਤਾ ਕਿ ਨਸ਼ਾ ਤੁਹਾਡਾ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਹੀ ਬਣਦਾ, ਤੇ ਕਿਹੜੇ ਇੰਡਸਟਰੀ ਫੜੀ ਗਈ ਨਸ਼ੇ ਬਣਾਉਣ ਦੀ? ਕਿਹੜੀ ਐਸੀ ਫਰਮ ਹੈ ਜਿਹਨੂੰ ਤੁਸੀਂ ਫੜਿਆ ਕਿ ਨਸ਼ਾ ਅੱਜ? ਕਿਉਂਕਿ ਮੇਰੇ ਖਿਆਲ ਦੇ ਵਿੱਚ ਤੁਸੀਂ ਸਾਰਿਆਂ ਨੇ ਸੁਣਿਆ ਕਿ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਕਿ ਜਿੱਥੇ ਨਸ਼ਾ ਬਣਦਾ ਪਿਆ ਉਹ ਨਸ਼ਾ ਫੜਿਆ। ਤਾਂ ਮੈਂ ਅਰੋੜਾ ਸਾਹਿਬ ਦੇ ਕੋਲ ਇਸ CM ਸਾਹਿਬ ਦੇ ਬਿਆਨ ਦੇ ਉੱਤੇ ਔਰ ਅੱਜ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਇਹ ਜ਼ਰੂਰ ਪੁੱਛਣਾ ਚਾਹੂੰਗਾ ਕਿ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਬਣਦਾ ਉਹ ਅਜੇ ਤੱਕ ਤੁਸੀਂ ਕਿਉਂ ਨਹੀਂ ਫੜ ਰਹੇ? ਵੱਡੇ ਮਗਰਮੱਛ ਤਾਂ ਅੱਜ ਵੀ ਖੁੱਲ੍ਹੇਆਮ ਨਸ਼ਾ ਕਰ ਰਹੇ ਨੇ ਔਰ ਨੌਜਵਾਨ ਗਲੀ ਤੋਂ ਮੋੜ ਤੋਂ ਸਕੂਟੀਆਂ ਦੇ ਉੱਤੇ ਨਸ਼ਾ ਵੇਚ ਰਹੇ ਨੇ। ਜਿਹੜੀ ਨਸ਼ਾ ਦੀ ਮਾਰਕੀਟ ਹੈ ਉਹ ਕੋਈ ਹੋਲਸੇਲ ਦੁਕਾਨਾਂ ਜਾਂ ਵੱਡੇ ਕੰਪਲੈਕਸਾਂ 'ਚ ਨਹੀਂ ਹੈਗੀ, ਉਹ ਸਕੂਟਰਾਂ ਤੇ ਰਕਸ਼ਿਆਂ ਦੇ ਉੱਤੇ, ਸਾਈਕਲਾਂ ਦੇ ਉੱਤੇ ਨਸ਼ਿਆਂ ਦੇ ਸਮਗਲਰ ਜਿਹੜੇ ਆ ਆਪਣੇ ਅੱਗੇ ਛੋਟੇ ਵੈਂਚਰੀਆਂ ਬਣਾ ਕੇ ਨਸ਼ੇ ਵੇਚ ਰਹੇ ਨੇ। ਸੋ ਇਸ ਕਰਕੇ ਵੱਡੇ ਮਗਰਮੱਛਾਂ ਨੂੰ ਫੜਿਆ ਜਾਵੇ ਔਰ ਤਾਂ ਹੀ ਪੰਜਾਬ ਨੂੰ ਨਸ਼ਿਆਂ ਤੋਂ ਉੱਪਰ ਬਚਿਆ ਜਾ ਸਕਦਾ। ਵੱਡੀ ਬਿਆਨਬਾਜ਼ੀ ਕਰਨਾ ਜਾਂ ਪ੍ਰੈਸ ਕਾਨਫਰੰਸ ਕਰਨਾ ਪਹਿਲਾਂ ਵੀ ਸਰਕਾਰਾਂ ਕਰਦੀਆਂ ਆਈਆਂ ਨੇ, ਗਾਂ ਵੀ ਕਰਨੇ ਨੇ। ਸੋ ਮੈਂ ਸਮੇਂ ਦੀ ਗੱਲ ਨਹੀਂ ਕਰਦਾ ਕਿ ਇਸ ਸਮੇਂ, ਪਰ ਨੀਅਤ ਤੇ ਨੀਤੀ ਦੋਵੇਂ ਬਹੁਤ ਚੰਗੀ ਤਰ੍ਹਾਂ ਹੋਣੀਆਂ ਚਾਹੀਦੀਆਂ। ਸਾਰਿਆਂ ਨੂੰ ਮਿਲ ਕੇ ਇਹਨਾਂ ਦੇ ਉੱਤੇ ਆਪਾਂ ਨੂੰ ਕੰਮ ਕਰਨਾ ਚਾਹੀਦਾ, ਤਾਂ ਹੀ ਨਸ਼ਿਆਂ ਤੋਂ ਬਚਿਆ ਜਾ ਸਕਦਾ। ਨਹੀਂ ਤਾਂ ਵੱਡੇ ਦਾਅਵੇ ਕਰਕੇ ਜਿਸ ਤਰ੍ਹਾਂ 3 ਮਹੀਨੇ ਦਾ ਦਾਅਵਾ ਕੀਤਾ ਸੀ ਔਰ ਅੱਜ 1.5 ਸਾਲ ਬਾਅਦ ਵੀ ਉੱਥੇ ਆਪਾਂ ਕਿਤੇ ਨਹੀਂ ਖੜੇ। ਸੋ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਗੰਭੀਰਤਾ ਨਾਲ ਦੇਖਣਾ ਪੈਣਾ। ਠੀਕ ਹੈ ਅਰੋੜਾ ਸਾਹਿਬ, ਸਵਾਲ ਸਾਰੇ ਤੁਹਾਡੇ ਕੋਲ ਆ ਗਈ ਹੈ। ਮੇਰਾ ਅਖੀਰ ਦੇ ਵਿੱਚ ਸਵਾਲ ਇਹ ਵੀ ਹੈ ਕਿ ਜਿਸ ਤਰੀਕੇ ਦੇ ਤੁਹਾਡੇ ਕੋ ਪੈਨਲਿਸਟ ਨੇ ਕਿਹਾ ਕਿ ਤੁਸੀਂ ਉਹਨਾਂ ਨੂੰ ਜਸਟੀਫਾਈ ਨਾ ਕਰੋ, ਗੱਲ ਇਹਦੇ ਵਿੱਚੋਂ ਇੱਕ ਮੋਟੇ ਤੌਰ ਤੇ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਜਿਹੜਾ ਨਸ਼ਾ ਹੈ ਉਹ ਤੋਂ ਵਰਜਿਤ ਇਸ ਕਰਕੇ ਕੀਤਾ ਜਾਂਦਾ ਹੈ। ਹਰ ਨਸ਼ੇ ਦਾ ਵੱਖੋ ਵੱਖਰਾ ਸਾਈਡ ਇਫੈਕਟ ਹੈ, ਕੋਈ ਲੀਵਰ ਤੇ ਕਰਦਾ ਹੈ, ਕੋਈ ਕਿਡਨੀ ਤੇ ਕਰਦਾ ਹੈ, ਕੋਈ ਤੁਹਾਨੂੰ ਚਮੜੀ ਦੇ ਰੋਗ ਦੇ ਉੱਤੇ ਕਰਦਾ ਹੈ। ਉਹ ਇਸੇ ਕਰਕੇ ਰੋਕਿਆ ਜਾਂਦਾ ਵੀ ਅਸੀਂ ਉਹਨੂੰ ਜਸਟੀਫਾਈ ਤਾਂ ਨਹੀਂ ਕਰ ਸਕਦੇ ਕਿ ਉਹ ਤਾਂ ਇਕੱਲੇ ਫੇਫੜੇ ਖਰਾਬ ਕਰਦਾ, ਲੀਵਰ ਨਹੀਂ ਕਰਦਾ, ਇਹ ਤਾਂ ਇਕੱਲਾ ਲੀਵਰ ਹੀ ਕਰਦਾ, ਬਾਕੀ ਕੁਝ ਨਹੀਂ ਕਰਦਾ। ਸੋ ਅਸੀਂ ਇਸ ਤਰੀਕੇ ਨਾਲ ਤਾਂ ਨਹੀਂ ਇਸ ਨੂੰ ਤੁਲਨਾਤਮਕ ਅਧਿਐਨ ਦੇ ਵਿੱਚ ਪਾ ਕੇ ਵੇਖ ਸਕਦੇ, ਕਿਉਂਕਿ ਜਿਹੜੀ ਅਲਾਮਤ ਹੈ ਉਹ ਤਾਂ ਹੈ ਹੀ ਹੈ, ਉਹਨੂੰ ਕਿਸੇ ਕੀਤਾ ਨਹੀਂ ਜਾ ਸਕਦਾ। ਪਰ ਸਵਾਲ ਜਿਹੜਾ ਇੱਥੇ ਖੜਾ ਹੈ ਕਿ ਸਰਕਾਰ ਇਹਦੇ ਪ੍ਰਤੀ ਕਿ ਭਾਵੇਂ ਮਾਰਕੀਟ ਦੇ ਵਿੱਚ ਪ੍ਰੋਡਕਟ ਅਵੇਲੇਬਲ ਹੈ ਪਰ ਅਸੀਂ ਉਹਨੂੰ ਨਾ ਖਰੀਦੀਏ, ਉਹਨੂੰ ਨਾ ਜਿਹੜਾ ਇਨਟੇਕ ਕਰੀਏ, ਉਹਦੇ ਪ੍ਰਤੀ ਕੋਈ ਸੰਜੀਦਗੀ ਦਿਖਾਉਂਦੇ ਹੋਏ ਕੋਈ ਉਪਰਾਲਾ ਕਰ ਰਹੀ ਹੈ? ਕੋਈ ਨਵੇਂ ਤਰੀਕੇ ਦਾ ਕੋਈ ਯੋਜਨਾ ਬਣਾਈ ਜਾ ਰਹੀ ਹੈ? ਕਿਉਂਕਿ ਪਹਿਲਾਂ ਬਹੁਤ ਸਾਰੇ ਸੈਮੀਨਾਰ ਹੁੰਦੇ ਰਹੇ, ਕਾਉਂਸਲਿੰਗਸ ਹੁੰਦੀਆਂ ਰਹੀਆਂ, ਪਰ ਕੋਈ ਨਤੀਜਾ ਨਿਕਲਿਆ? ਕੋਈ ਹੋਰ ਕੋਈ ਗੱਲ, ਕੋਈ ਇਹਦੇ ਉੱਤੇ ਚਰਚਾ ਕੀਤੀ ਜਾ ਰਹੀ ਹੋਵੇ ਜਿਹੜੀ ਕਿ ਹਲੇ ਪਬਲਿਕ ਡੋਮੇਨ 'ਚ ਨਾ ਹੋਵੇ? ਬਿਲਕੁਲ ਮੈਂ ਡਾਕਟਰ ਸਾਹਿਬ ਦੀ ਇਸ ਗੱਲ ਨਾਲ ਸਹਿਮਤ ਹਾਂ ਕਿ ਵੀ ਦੇਖੋ, ਮੈਂ ਬਿਲਕੁਲ ਵੀ ਜਸਟੀਫਾਈ ਨਹੀਂ ਕਰ ਰਿਹਾ ਹੁੱਕਾ ਨੂੰ, ਜਾਂ ਇਨਫੈਕਟ ਅੱਜ ਕੱਲ੍ਹ ਇੱਕ ਨਵੇਂ ਟਾਈਪ ਦਾ ਇੱਕ ਵੇਪ ਜਿਹੇ ਆਏ ਹੋਏ ਆ। ਹਾਲਾਂਕਿ ਇਹਨਾਂ ਦੀ ਮੈਨੂਫੈਕਚਰਿੰਗ ਜਿਹੜੀ ਹੈ ਦੇਸ਼ ਦੇ ਵਿੱਚ ਬੰਦ ਹੈ, ਬਟ ਇਹਦਾ ਇੰਪੋਰਟ ਜਿਹੜਾ ਉਹ ਬੰਦ ਨਹੀਂ ਹੈਗਾ, ਕਿਉਂਕਿ ਉਹ ਬੰਦਰਗਾਹ ਤੋਂ ਆਉਂਦੇ, ਚਾਈਨਾ ਤੋਂ ਆਉਂਦੇ, ਜੋ ਮੈਨੂੰ ਜਿੰਨਾ ਮੈਂ ਸਟੱਡੀ ਕੀਤਾ ਸੀਗਾ। ਦੇਖੋ, ਇਹ ਟ੍ਰੈਂਡ ਚੱਲਣ ਆਇਆ ਹੋਇਆ ਹੁੱਕਿਆਂ ਦਾ, ਜਿਹੜਾ ਕਿ ਵੀ ਕਿਸੇ ਇਸ 'ਤੇ ਨਕੇਲ ਕੱਸਣੀ ਬਹੁਤ ਜ਼ਰੂਰੀ ਹੈ। ਐਂਡ ਤਾਂ ਹੀ ਜਿਹੜਾ ਪੰਜਾਬ ਸਰਕਾਰ ਨੇ ਉਹਦੇ ਉੱਪਰ ਬੈਨ ਲਗਾਇਆ, ਕਿਉਂਕਿ ਦੇਖੋ ਹੁੱਕੇ ਦੇ ਵਿੱਚ ਭਾਵੇਂ ਉਹ ਨਸ਼ਾ ਨੂੰ, ਮੈਂ ਸਿਰਫ ਇੰਨੀ ਗੱਲ ਕਹੀ ਸੀਗੀ ਕਿ ਸੰਧੂ ਸਾਹਿਬ ਉਹ NDPS ਦਾ ਨਾਮ ਲੈ ਕੇ ਉਹਨੂੰ ਨਾਲ ਜੋੜੋ, ਹਾਂ,
ਉਹ ਵੈਸੇ ਸਾਡੀ ਪੀੜ੍ਹੀ ਵਾਸਤੇ ਇੱਕ ਸ਼ੌਂਕ ਵਾਸਤੇ ਇਹ ਬਹੁਤ ਗੰਦੀ ਚੀਜ਼ ਹੈ, ਬਹੁਤ ਮਾੜੀ ਚੀਜ਼ ਹੈ। ਹੁਣ ਰਹੀ ਗੱਲ ਜਿਹੜੀ ਡਾਕਟਰ ਸਾਹਿਬ ਨੇ ਗੱਲ ਕੀਤੀ ਕਿ ਵੀ ਹਾਂਜੀ ਕਿ ਵੀ ਦੇਖੋ ਡਾਕਟਰ ਬਲਬੀਰ ਜੋ ਕੰਮ ਕਰ ਰਹੇ ਆ ਇਸ ਵੇਲੇ, ਉਹਨਾਂ ਦੇ ਉੱਪਰ ਇਨਫੈਕਟ ਹੈਲਥ ਦਾ ਜੋ ਇਨਫਰਾਸਟ੍ਰਕਚਰ ਹੈ ਉਹ ਮਾਨ ਸਰਕਾਰ ਵਾਸਤੇ ਇਸ ਵੇਲੇ ਸਭ ਤੋਂ ਜ਼ਿਆਦਾ ਪ੍ਰਾਇੋਰਟੀ ਹੈ। ਜਿੱਥੇ ਤੱਕ ਇਹ ਗੱਲ ਕਰ ਰਹੇ ਹੈ ਕਿ ਵੀ ਹਾਂਜੀ ਕੋਈ ਬੰਦੇ ਅਪਾਇੰਟ ਨਹੀਂ ਹੋਏ, ਨਹੀਂ ਐਦਾਂ ਦੀ ਗੱਲ ਨਹੀਂ ਹੈ। ਇਨਫੈਕਟ ਪਿੱਛੇ ਐਡਸ ਵੀ ਆਈਆਂ ਸੀਗੀਆਂ, ਡਾਕਟਰ ਸਾਹਿਬ ਜਿਹੜੇ ਸਪੋਕਸਪਰਸਨ ਨੇ ਬੀਜੇਪੀ ਦੇ, ਉਹਨਾਂ ਨੂੰ ਮੈਂ ਦੱਸ ਰਿਹਾ ਕਿ ਪਿੱਛੇ ਐਡਸ ਵੀ ਆਈਆਂ ਐਂਡ ਰਿਕਰੂਟਮੈਂਟ ਇਜ਼ ਇਨ ਪ੍ਰੋਸੈਸ, ਲੈਟ ਮੀ ਅਸ਼ੋਰ ਯੂ। ਐਂਡ ਜਿਹੜੀ ਪਿਛਲੀ ਰਿਕਰੂਟਮੈਂਟਸ ਵੀ ਕਈ ਫਸੀਆਂ ਹੋਈਆਂ ਸੀਗੀਆਂ, ਇਨਫੈਕਟ ਉਹ ਵੀ ਆਪਣਾ ਡਾਕਟਰ ਬਲਬੀਰ ਦੇ ਆਫਿਸ ਤੋਂ ਕਲੀਅਰ ਹੋ ਰਹੀਆਂ, ਜਿਨ੍ਹਾਂ ਦਾ ਵੇਰਵਾ ਤੁਹਾਨੂੰ ਆਉਣ ਵਾਲੇ ਟਾਈਮ 'ਚ ਥੋੜੇ ਦਿਨਾਂ 'ਚ ਦਿਖ ਜਾਏਗਾ, ਅਖਬਾਰਾਂ ਦੇ ਵਿੱਚ ਵੀ ਆ ਜਾਏਗਾ। ਜਿੱਥੇ ਤੱਕ ਸਵਾਲ ਰਹੀ, ਦੇਖੋ ਇਹਨਾਂ ਨੇ ਇੱਕ ਮੁੱਦਾ ਜ਼ਰੂਰ ਡਾਕਟਰ ਸਾਹਿਬ ਨੇ ਕਿਹਾ ਕਿ ਵੀ ਹਾਂਜੀ ਮਾਨ ਸਾਹਿਬ ਨੇ ਜੇ ਇਹ ਮੁੱਦਾ ਅਸੈਂਬਲੀ ਦੇ ਵਿੱਚ ਚੱਕਿਆ ਤਾਂ ਹੀ ਅੱਜ ਡਾਕਟਰ ਸਾਹਿਬ ਦੀ ਨਜ਼ਰ ਦੇ ਵਿੱਚ ਵੀ ਹੈ ਕਿ ਵੀ ਜੇ ਇੱਥੇ ਮੈਨੂਫੈਕਚਰ ਹੋ ਰਹੀ ਹੈ ਤਾਂ ਜਾਂ ਇੱਥੇ ਬਣ ਰਹੀ ਹੈ ਤਾਂ ਉਹਨੂੰ ਫੜਿਆ ਕਿਉਂ ਨਹੀਂ ਜਾ ਰਿਹਾ। ਪਰ ਉਹਦੇ ਰਿਲੇਟਿਡ ਹੀ ਅਸੀਂ ਇੱਕ ਪ੍ਰੋਪਰ ਰੋਡ ਮੈਪ ਜਿਹੜਾ ਹੈ ਉਹ ਤੈਅ ਕਰਕੇ ਉਸ ਰੋਡ ਮੈਪ ਦੇ ਉੱਪਰ ਕੰਮ ਕੀਤਾ ਜਾ ਰਿਹਾ। ਤਾਂ ਹੀ ਅਸੀਂ ਕੈਮਰੇ ਵੀ ਲਗਾਏ ਹੈ, ਤਾਂ ਹੀ ਅਸੀਂ ਰੋਡ ਸਿਕਿਉਰਿਟੀ ਫੋਰਸ ਦੇ ਨਾਮ ਤੋਂ ਇੱਕ ਸਪੈਸ਼ਲ ਟਾਸਕ ਫੋਰਸ ਜਿਹੜੀ ਹੈ ਉਹ ਤਿਆਰ ਕਰਨ ਜਾ ਰਹੇ ਹਾਂ, ਜਿਹੜੀ ਕਿ ਹਰ ਥਾਂ ਤੇ ਰੋਡ ਦੇ ਉੱਪਰ ਜੋ ਮੂਵਮੈਂਟ ਹੋ ਰਹੀ ਹੈ ਡਰੱਗਸ ਰਿਲੇਟਿਡ, ਉਹਦੇ ਉੱਪਰ ਸਿਰਫ ਰੋਡ ਦੇ ਉੱਪਰ ਉਹਨੂੰ। ਅੱਛਾ ਰੋਡਾ ਸਾਹਿਬ, ਇੱਕ ਜਿਹੜੇ ਨੈਕਸਸ ਦੀ ਤੁਸੀਂ ਓਪੋਜੀਸ਼ਨ ਦੇ ਵਿੱਚ ਰਹਿੰਦੇ ਹੋਏ ਗੱਲ ਕਰਦੇ ਸੀਗੇ ਕਿ ਖਾਦੀ ਤੇ ਤਸਕਰਾਂ ਦੇ ਦਰਮਿਆਨ ਜਿਹੜਾ ਨੈਕਸਸ ਹੈ ਉਹਨੂੰ ਤੋੜਨ ਦੀ ਜ਼ਰੂਰਤ ਹੈ, ਉਹ ਟੁੱਟਿਆ ਜਾਂ ਨਹੀਂ? ਨਹੀਂ, ਬਿਲਕੁਲ ਉਹਦੇ ਉੱਪਰ ਦੇਖੋ ਅੱਜ ਪਹਿਲਾਂ ਇਹ ਖਬਰਾਂ ਆਪ ਆਉਂਦੀਆਂ ਸੀਗੀਆਂ, ਜਿਵੇਂ ਮੈਂ ਕਿਹਾ ਕਿ ਵੀ ਹਾਂਜੀ ਪੁਲਿਸ ਨੇ, ਇਹ ਤਾਂ ਔਨ ਰਿਕਾਰਡ ਸੀਗਾ, ਤੁਸੀਂ ਬਹੁਤ ਨਿਊਜ਼ ਚੈਨਲ 'ਤੇ ਖਬਰ ਚਲਾਈ ਸੀ ਵੀ ਅੰਮ੍ਰਿਤਸਰ ਦੇ ਵਿੱਚ ਇੱਕ ਥਾਂ ਤੇ ਪੈਟਰੋਲ ਪੰਪ ਤੇ ਇੱਕ ਬੰਦੇ ਨੂੰ ਫਸਾਉਣ ਵਾਸਤੇ ਉਹਦੇ ਡਿੱਕੀ ਦੇ ਵਿੱਚ, ਸਕੂਟਰ ਡਿੱਕੀ 'ਚ ਨਸ਼ਾ ਪਾ ਦਿੱਤਾ ਗਿਆ। ਉਹ ਨੈਕਸਸ ਦਾ ਇੱਕ ਪਾਰਟ ਹੀ ਸੀਗਾ, ਭਾਵੇਂ ਫਸਾਉਣ ਵਾਸਤੇ ਸੀਗਾ, ਬਟ ਉਹਦੇ ਕੋਲ ਇਹਦਾ ਮਤਲਬ 2 ਨੰਬਰ ਦੇ ਵਿੱਚ ਨਸ਼ਾ ਪਿਆ ਸੀਗਾ, ਤਾਂ ਹੀ ਉੱਥੇ ਉਹਨੇ ਐਡਜਸਟ ਕੀਤਾ, ਤਾਂ ਹੀ ਉੱਥੇ ਪਾਇਆ। ਸੋ ਅੱਜ ਦੀ ਡੇਟ ਦੇ ਵਿੱਚ ਇਹੋ ਜਿਹੀ ਖਬਰਾਂ ਨਹੀਂ ਆ ਰਹੀਆਂ, ਕਿਉਂਕਿ ਜਿੰਨੇ ਵੀ ਅਸੀਂ ਪੁਲਿਸ ਕਰਮੀ ਜਿਹੜੇ ਆਫੀਸ਼ੀਅਲਸ ਨੇ ਉਹਨਾਂ ਦੇ ਉੱਪਰ ਅਨਨੈਸੈਸਰੀਲੀ ਕੋਈ ਪ੍ਰੈਸ਼ਰ ਨਹੀਂ ਹੈਗਾ, ਜਿਵੇਂ ਪਿਛਲੀ ਸਰਕਾਰਾਂ ਦੇ ਵਿੱਚ ਲੋਕਲ MLAs ਦਾ ਹੁੰਦਾ ਸੀਗਾ ਪ੍ਰੈਸ਼ਰ ਕਿ ਯਾਰ ਇਹ ਮੇਰਾ ਬੰਦਾ ਹੈ। ਮੈਂ ਇਹ ਨਹੀਂ ਕਹਿੰਦਾ ਵੀ ਕੋਈ ਹਰ ਇੱਕ MLA ਕਾਂਗਰਸ ਦਾ ਜਾਂ ਅਕਾਲੀ ਦਲ ਦਾ ਉਹਦੇ ਵਿੱਚ ਇਨਵੋਲਵ ਸੀਗਾ, ਬਟ ਕਿਸੇ ਨਾ ਕਿਸੇ ਪਾਸੇ ਜਦੋਂ ਉਹਨਾਂ ਨੂੰ ਪ੍ਰੈਸ਼ਰ ਆਉਂਦਾ ਸੀਗਾ ਉਹ ਕਹਿੰਦੇ ਸੀ ਯਾਰ ਇਹ ਤਾਂ ਆਪਣਾ ਹੀ ਬੰਦਾ ਹੈ, ਆਪਣਾ ਹੀ ਬੰਦਾ ਹੈ। ਉਹ ਇਹੋ ਜਿਹਾ ਪ੍ਰੈਸ਼ਰ ਕੋਈ ਵੀ ਆਮ ਆਦਮੀ ਪਾਰਟੀ ਦੇ MLA ਦਾ ਨਾ ਤਾਂ ਕਦੇ ਕੋਈ ਪਾ ਸਕਦਾ ਐਂਡ ਨਾ ਕਦੇ ਕੋਈ ਪਾਏਗਾ, ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ। ਸੋ ਅੱਜ ਦੀ ਡੇਟ ਦੇ ਵਿੱਚ ਜੇ ਅਸੀਂ ਇਹ ਕਹੀਏ ਵੀ ਉਹ ਨੈਕਸਸ ਕੋਈ ਮੌਜੂਦ ਹੈ, ਨਹੀਂ, ਇਹੋ ਜਿਹਾ ਕੋਈ ਮੌਜੂਦ ਨਹੀਂ ਹੈ, ਕਿਉਂਕਿ ਡਰੱਗ ਵਾਸਤੇ ਜਿਹੜੇ ਲਗਾਏ ਗਏ ਬੰਦੇ ਐਂਡ ਵਿਜੀਲੈਂਸ ਵਾਸਤੇ ਵੀ ਜਿਹੜੇ ਲਗਾਏ ਗਏ ਆ, ਭਾਵੇਂ ਵਰਿੰਦਰ ਜੀ ਨੇ, ਭਾਵੇਂ ਸੁਖਚੈਨ ਗਿੱਲ ਨੇ, ਉਹ ਬਹੁਤ ਹੀ ਇਮਾਨਦਾਰ ਨੇ ਐਂਡ ਉਹਨਾਂ ਨੂੰ ਆਪੋਜੀਸ਼ਨ ਪਾਰਟੀਜ਼ ਆਪ ਉਹਨਾਂ ਤੇ ਕਦੇ ਵੀ ਨਹੀਂ ਕੋਈ ਵਿਚਾਰ। ਚਲੋ ਮੈਂ ਇਸੇ ਉਮੀਦ ਨਾਲ ਵਿਰਾਮ ਲਾਉਣਾ ਕਿ ਇਹ ਇਮਾਨਦਾਰੀ ਜਿਹੜੀ ਹੈ ਪੰਜਾਬ ਪੱਖੀ ਹੋਵੇ ਔਰ ਨਸ਼ੇ ਦੀ ਇਸ ਜੜ ਨੂੰ ਪੁੱਟਣ ਪ੍ਰਤੀ ਜਿਹੜੀ ਇੱਕ ਸੰਜੀਦਾ ਤੇ ਸੰਵੇਦਨ ਹੋਵੇ, ਤਾਂ ਜੋ ਕਿ ਇਹ ਅਸੀਂ ਇੱਕ ਜਨਰੇਸ਼ਨ ਬਚਾ ਸਕੀਏ। ਕਿਉਂਕਿ ਪਿਛਲੇ 3-4 ਦਹਾਕਿਆਂ ਦੇ ਵਿੱਚ ਜਿਹੜੀ 2 ਜਨਰੇਸ਼ਨ ਦਾ ਬਹੁਤ ਵੱਡਾ ਨੁਕਸਾਨ ਹੋਇਆ ਵੱਖ-ਵੱਖ ਦੌਰ ਦੇ ਵਿੱਚੋਂ, ਉਹ ਤੋਂ ਅਸੀਂ ਘੱਟੋ ਘੱਟ ਬਚ ਸਕੀਏ। ਕਿਉਂਕਿ ਜਿਸ ਤਰੀਕੇ ਨਾਲ ਸਾਡਾ ਬ੍ਰੇਨ ਡਰੇਨ ਹੋ ਰਿਹਾ ਹੈ ਔਰ ਜਿਸ ਤਰੀਕੇ ਨਾਲ ਸਾਡੀ ਲੇਬਰ ਜਿਹੜੀ ਹੈ ਸਸਤੇ ਭਾਅ ਦੇ ਵਿੱਚ, ਜਿਹੜੀ ਕਿ ਸਾਡੀ ਸਕਿੱਲ ਲੇਬਰ ਹੈ, ਉਹ ਇੱਥੋਂ ਹਿਜਰਤ ਕਰ ਰਹੀ ਹੈ, ਅਸੀਂ ਜਿਹੜੀ ਬਾਕੀ ਬਚੀ ਹੋਈ ਹੈ ਉਹਨੂੰ ਘੱਟੋ ਘੱਟ ਇਸ ਕੋੜ ਤੋਂ ਬਚਾ ਕੇ ਚੰਗੇ ਪਾਸੇ ਲਾ ਕੇ ਉਹਦਾ ਕੋਈ ਲਾਹਾ ਲੈ ਸਕੀਏ। ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ, ਤੁਸੀਂ ਆਏ, ਆਪਣੇ ਵਿਚਾਰ ਤਕਰਾਰ ਸਾਰੇ ਜੋ ਤੁਸੀਂ ਸਾਰਿਆਂ ਨੇ ਸਾਂਝੇ ਕੀਤੇ, ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਸੋ ਗੱਲ ਇਹ ਹੈ ਕਿ ਪੰਜਾਬ ਨੂੰ ਚਿੰਬੜੀ ਇਸ ਬਿਮਾਰੀ ਨੂੰ ਇੱਕ ਸਾਂਝੇ ਤੌਰ ਤੇ ਹਰ ਕਿਸੇ ਨੂੰ ਆਪਣੀ ਅਹਿਮ ਜ਼ਿੰਮੇਵਾਰੀ ਸਮਝ ਕੇ ਅਦਾ ਕਰਨ ਦੀ ਇੱਕ ਜ਼ਰੂਰਤ ਹੈ। ਭਲਕੇ ਕਿਸੇ ਹੋਰ ਵਿਸ਼ੇ ਨਾਲ ਰੂਬਰੂ ਹੋਵਾਂਗੇ। ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।